सतनाम श्री वाहिगुरु साहिब जीओ। श्लोक पवन गुरु पाणी पिता, माता धरत महत। दिवस रात दोए दाई दाया, खिलै सगल जगत। चंगियाइयां बुराइयां, वाचै धर्म हदूर। करमी आपो अपनी, के नेड़े के दूर। जिनी नाम ते आया, गए मशक्कत काल। नानक ते मुख उजले, केती छुटी नाल। जिनी नाम ते आया, गए मशक्कत काल। नानक ते मुख उजले, केती छुटी नाल। वाहिगुरु जी का खालसा, वाहिगुरु जी की फतेह। परम सन्मानयोग चवर छत्र तखत दे मालक, जुगो जुग अटल सर्वसंजीवालता दे पैगंबर, दीन अते दुनिया दे राखे, मनुखता दे सांझे रहबर, गुरता गद्दी ते सुभाईमान। धन 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 साहिब श्री गुरु ग्रंथ साहिब जी महाराज। सतगुरां दी अपर अपार किरपा बख्शिश रहमत दा सदका, आप सरबत माई भाई गुरसिख संगत, गुरुद्वारा सिंह शहीदां सुहाना विखे अमृत वेले दे दीवानां च गुरु दरबार दियां हाज़रियां भर के अपना मनुखा जीवन सफल करन दा यतन कर रहे हो, वडभागे हो। बहुत ही प्यार सत्कार नाल आप जियां ने गुरु गोदी अंदर बैठ के रब्बी गुरबाणी दे कीर्तन सरवण कीते ने। उपरंत सानू सारियां नूं ही पावन पवित्र गुरबाणी दी विचार नाल जुड़न दा सुभाग समां भी प्राप्त होया है। पिछले कई दिनों तो श्री जपजी साहब की पावन पवित्र विचार चल रही है। अज 38 पौड़ियां तो बाद जो श्लोक है, एक लुप्त रूप विच है, एक प्रगट रूप विच है। उस श्लोक दे राही सतगुरु सानू जप बाणी दा निचोड़ कढ के देण लगे ने। तो आप सारिਆਂ ने रल मिल के जिहड़ी संगत लड़ीवार श्री जपजी साहब की पावन विचार नाल जुड़ी हुई है, अज उन्होंने इस पावन बाणी का निचोड़ रिजल्ट वो भी समझ आ जाएगा। जिन्हों जिन्नी क समझ पवे, जिन्ना कि हिरदे च वसे, एक एक अखर साडे जीवन नूं बदलन की ताकत रखता है। सौ आपां रल मिल के सतगुरां वल्लों बख्शिश की हुई मत समत अनुसार
ਆਪ ਸੰਗਤ ਦੀ ਅਸੀਸ ਨਾਲ ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਮਹਾਰਾਜ ਸਮੂਹ ਸ਼ਹੀਦ ਸਿੰਘਾਂ ਦੀ ਅਪਾਰ ਬਖਸ਼ਿਸ਼, ਅਪਾਰ ਅਸੀਸ ਸਦਕਾ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਨਾਲ ਜੁੜੀਏ। ਔਰ ਜਿੰਨਾ ਸਮਾਂ ਬੈਠਣਾ ਕੋਸ਼ਿਸ਼ ਕਰਿਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਪੂਰੀ ਵਿਸ਼ਾਲਤਾ ਦੇ ਵਿੱਚ ਹਿਰਦੇ ਦੇ ਦਰਵਾਜ਼ੇ ਖੁੱਲ੍ਹ ਕੇ ਬੈਠਿਓ। ਬੜੇ ਧਿਆਨ ਨਾਲ ਇੱਕ ਇੱਕ ਸ਼ਬਦ ਨੂੰ ਸੁਣਨਾ ਹੈ, ਕੰਨ ਦੇ ਨਾਲ ਸੁਣਨਾ ਹੈ ਤੇ ਇੱਕ ਇੱਕ ਸ਼ਬਦ ਨੂੰ ਆਪਣੇ ਮਨ ਵਿੱਚ ਲੈ ਕੇ ਜਾਣਾ ਹੈ। ਜੋ ਸੁਣਿਆ ਜਿੰਨਾ ਕੁ ਸਮਝ ਆਵੇ ਘਰ ਜਾ ਕੇ ਉਹਦੇ ਤੇ ਫਿਰ ਵਿਚਾਰ ਕਰਨੀ, ਉਹਦੇ ਤੇ ਮੰਥਨ ਕਰਨਾ। ਵਾਰ-ਵਾਰ ਉਹਨਾਂ ਬਚਨਾਂ ਨੂੰ, ਉਸ ਗੁਰੂ ਉਪਦੇਸ਼ ਨੂੰ ਆਪਣੇ ਜ਼ਿਹਨ ਵਿੱਚ, ਆਪਣੇ ਹਿਰਦੇ ਵਿੱਚ ਲੈ ਕੇ ਆਉਣਾ। ਔਰ ਨਾਲ ਇਹ ਵੀ ਅਹਿਸਾਸ ਕਰਨਾ ਕਿ ਇਹ ਇੱਕ ਇੱਕ ਸ਼ਬਦ ਸਤਿਗੁਰੂ ਮੈਨੂੰ ਹੀ ਕਹਿ ਰਹੇ ਆ। ਇੱਕ ਇੱਕ ਸ਼ਬਦ ਰਾਹੀਂ ਜੋ ਉਪਦੇਸ਼ ਦਿੱਤਾ ਉਹ ਮੇਰੇ ਜੀਵਨ ਦੇ ਭਲੇ ਵਾਸਤੇ ਦਿੱਤਾ ਹੈ। ਇਹ ਮਤ ਸੋਚਣਾ ਵੀ ਉਪਦੇਸ਼ ਕਿਸੇ ਹੋਰ ਨੂੰ ਦਿੱਤਾ। ਜਿੰਨੀ ਦੇਰ ਤੱਕ ਇਹ ਨਹੀਂ ਸਮਝਾਂਗੇ ਕਿ ਉਪਦੇਸ਼ ਮੇਰੇ ਲਈ ਆ, ਮੈਨੂੰ ਸਤਿਗੁਰਾਂ ਨੇ ਬਚਨ ਬਖਸ਼ਿਸ਼ ਕੀਤੇ ਨੇ, ਉਤਨੀ ਦੇਰ ਤੱਕ ਸਾਡਾ ਗੁਰੂ ਨਾਲ ਸਨੇਹ ਨਹੀਂ ਬਣੇਗਾ, ਪ੍ਰੇਮ ਨਹੀਂ ਬਣੇਗਾ, ਰਿਸ਼ਤਾ ਨਹੀਂ ਜੁੜੇਗਾ। ਸੋ ਸਤਿਗੁਰੂ ਕਿਰਪਾ ਕਰਨ, ਆਪ ਦਿਲ ਦਿਮਾਗ ਰਸਨਾ ਤੇ ਵਸਣ। ਆਪਣੀ ਪਾਵਨ ਬਾਣੀ ਦੀ ਵਿਚਾਰ ਆਪ ਕਰਵਾਉਣ। ਇੱਕ ਵਾਰ ਪਿਛਲੀ ਲੜੀ ਨੂੰ ਜੋੜਨਾ ਚਾਹੁੰਦਾ, ਕਿਉਂਕਿ ਅੱਜ ਸ਼ਲੋਕ ਦੇ ਰਾਹੀਂ ਇੱਕ ਨਿਰਣਾ, ਇੱਕ ਫੈਸਲਾ, ਇੱਕ ਨਤੀਜਾ, ਇੱਕ ਨਿਚੋੜ ਸਾਡੀ ਝੋਲੀ 'ਚ ਪੈਣ ਲੱਗਿਆ। ਜਪ ਸਾਨੂੰ ਜੀਵਨ ਦਾ ਰੂਪ ਚਿੱਤਰ ਕੇ ਦੇ ਰਿਹਾ ਹੈ। ਜਪ ਬਾਣੀ ਜਿਹੜੀ ਹੈ ਇੱਕ ਅਮਲੀ ਰੂਪ ਵਿੱਚ ਇਹ ਜੀਵਨ ਦਾ ਰੂਪ ਚਿੱਤਰ ਕੇ ਸਾਨੂੰ ਦੇ ਰਹੀ ਹੈ। ਤੇ ਜਿਹੜਾ ਜੀਵਨ ਕਰਮਾਂ ਤੇ ਨਿਰਭਰ ਹੈ, ਕਰਮ ਬਦਲਦੇ ਨੇ ਪਰ ਕਰਮ ਵੀ ਤਾਂ ਬਦਲਦੇ ਨੇ ਜੇ ਸੁਰਤ, ਮਤ, ਮਨ, ਬੁੱਧ ਘੜੀ ਜਾਵੇ। ਸੁਰਤ, ਮਤ, ਬੁੱਧ, ਮਨ ਇਹ ਤਾਂ ਬਦਲਦੇ ਨੇ ਜੇ ਗੁਰ ਕੀ ਇੱਕ ਸਿੱਖ ਸੁਣੀ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਸੁਰਤ, ਮਤ, ਮਨ, ਬੁੱਧ ਤਾਂ ਬਦਲਦੇ ਆ। ਇਹ ਬਦਲਦੇ ਆ ਤਾਂ ਕਰਮ ਬਦਲਦੇ ਆ। ਔਰ ਨਾਲੇ ਵੀ ਕਹਿ ਗਏ, ਕੱਲਾ ਸੁਣਿਆ ਹੀ ਨਾ ਹੋਵੇ, ਮੰਨਿਆ ਵੀ ਹੋਵੇ। ਸੁਣਦੇ ਬਹੁਤ ਨੇ, ਮੰਜ਼ਿਲ ਉਹਨਾਂ ਨੂੰ ਹੈ ਜਿਹੜੇ ਮੰਨ ਵੀ ਲੈਣ। ਹੁਣ ਕੋਈ ਬੰਦਾ ਜਹਾਜ਼ ਵਿੱਚ ਸਫ਼ਰ ਕਰਦਾ ਹੈ, ਜਹਾਜ਼ ਦੇ ਵਿੱਚ ਬੈਠਣ ਵੇਲੇ ਉਹ ਜਿਹੜੇ 에ਅਰ ਹੋਸਟਲ ਵਾਲੇ ਨੇ ਉਹ ਸਾਰੀ ਡਾਇਰੈਕਸ਼ਨ ਦਿੰਦੇ ਨੇ, ਸਮਝਾਉਂਦੇ ਨੇ ਕਿ ਸੀਟ ਬੈਲਟ ਲਾ ਲਓ, ਮੋਬਾਈਲ ਫੋਨ ਬੰਦ ਕਰ ਲਓ। ਜੇ ਜਹਾਜ਼ ਨੂੰ ਪਾਣੀ 'ਚ ਉਤਰਨਾ ਪੈ ਜਾਏ ਉਹਦਾ ਇਸ਼ਾਰਾ ਵੀ ਦੱਸਦੇ ਨੇ। ਐਮਰਜੈਂਸੀ ਤੁਸੀਂ ਜਹਾਜ਼ 'ਚੋਂ ਨਿਕਲਣਾ ਪੈ ਜਾਏ, ਛਾਲ ਮਾਰਨੀ ਪੈ ਜਾਏ, ਉਹ ਵੀ ਦੱਸਦੇ ਨੇ। ਹਰ ਇੱਕ ਗੱਲ ਸਮਝਾਉਂਦੇ ਆ। ਉਹ ਇਸ ਕਰਕੇ ਸਮਝਾਉਂਦੇ ਆ ਕਿ ਤੈਨੂੰ ਤੇਰੀ ਮੰਜ਼ਿਲ 'ਤੇ ਲੈ ਕੇ ਜਾਣਾ ਹੈ। ਹੁਣ ਕੋਈ ਇਨਸਾਨ ਕਵੇ ਕਿ ਮੈਂ ਇਸ ਜਹਾਜ਼ ਦੇ ਨਿਯਮ ਫੋਲੋ ਨਹੀਂ ਕਰ ਸਕਦਾ, ਨਾ ਮੈਂ ਟਾਈਮ ਨਾਲ ਸੀਟ ਬੈਲਟ ਲਾਉਣੀ ਆ, ਮੈਂ ਮੋਬਾਈਲ ਵੀ ਬੰਦ ਨਹੀਂ ਕਰ ਸਕਦਾ, ਜੋ ਉਹ ਕਾਇਦਾ ਕਾਨੂੰਨ ਮੈਨੂੰ ਦੱਸ ਰਹੇ ਆ ਮੈਂ ਉਸ ਨੂੰ ਫੋਲੋ ਨਹੀਂ ਕਰ ਸਕਦਾ, ਤਾਂ ਉਹ ਕਹਿਣਗੇ ਸੌਰੀ ਕਿ ਅਸੀਂ ਤੈਨੂੰ ਤੇਰੀ ਮੰਜ਼ਿਲ 'ਤੇ ਵੀ ਨਹੀਂ ਲਿਜਾ ਸਕਦੇ। ਫਿਰ ਤੂੰ ਆਪਣੀ ਮੰਜ਼ਿਲ 'ਤੇ ਵੀ ਨਹੀਂ ਪਹੁੰਚ ਸਕਦਾ। ਸਤਿਗੁਰੂ ਪਾਤਸ਼ਾਹ ਸਾਨੂੰ ਸਾਡੀ ਮੰਜ਼ਿਲ 'ਤੇ ਲਿਜਾਣਾ ਚਾਹੁੰਦੇ ਆ। ਜਹਾਜ਼ ਵਿੱਚ ਬੈਠ ਕੇ ਮੰਜ਼ਿਲ 'ਤੇ ਉਹ ਪਹੁੰਚਦਾ ਜਿਹੜਾ ਆਪਣਾ ਆਪ ਸਮਰਪਣ ਕਰਦਾ ਹੈ,
ਜਿਵੇਂ ਉਹ ਕਹਿਣ ਉਸ ਗੱਲ ਨੂੰ ਉਵੇਂ ਮੰਨ ਲੈ। ਜੇ ਪਰਮਾਤਮਾ ਤੇਰੀ ਮੰਜ਼ਿਲ ਹੈ, ਉਸ ਮੰਜ਼ਿਲ ਤੇ ਜਾਣਾ ਚਾਹੁੰਦਾ, ਤੇ ਸਤਿਗੁਰੂ ਜੋ ਤੈਨੂੰ ਸਮਝਾ ਰਹੇ ਆ, ਜੋ ਡਾਇਰੈਕਸ਼ਨ ਦੇ ਰਹੇ ਆ, ਉਹ ਤੈਨੂੰ ਮੰਨਣੀ ਪਏਗੀ। ਤੈਨੂੰ ਆਤਮ ਸਮਰਪਣ ਕਰਨਾ ਪਏਗਾ। ਜੇ ਆਤਮ ਸਮਰਪਣ ਨਹੀਂ ਕਰੇਗਾ, ਗੁਰੂ ਦੀ ਗੱਲ ਨਹੀਂ ਮੰਨੇਗਾ, ਗੁਰੂ ਦੇ ਬਚਨ ਇਕੱਲੇ ਸੁਣਨ ਤੱਕ ਸੀਮਤ ਰਹਿ ਜਾਣਗੇ, ਮੰਨੇਗਾ ਨਹੀਂ, ਫਿਰ ਯਾਦ ਰੱਖ ਤੈਨੂੰ ਮੰਜ਼ਿਲ ਵੀ ਨਹੀਂ ਮਿਲੇਗੀ। ਤੂੰ ਆਪਣੀ ਮੰਜ਼ਿਲ ਤੇ ਵੀ ਨਹੀਂ ਪਹੁੰਚ ਸਕੇਗਾ। ਮੰਜ਼ਿਲ ਤੇ ਪਹੁੰਚਣਾ ਚਾਹੁੰਦਾ, ਸਮਰਪਣ ਕਰ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇੱਕ ਮੁਕਾਮ, ਇੱਕ ਪੜਾਅ ਇਹੋ ਜਿਹਾ ਆਉਂਦਾ ਹੈ, ਕਿਉਂਕਿ ਗੁਰੂ ਤੇ ਸਿੱਖ ਦਾ ਨਾਤਾ ਕੀ ਹੈ, ਗੁਰੂ ਤੇ ਸਿੱਖ ਦਾ ਆਪਸ ਵਿੱਚ ਰਿਸ਼ਤਾ ਕੀ ਹੈ, ਉਪਦੇਸ਼ ਦਾ। ਗੁਰੂ ਕੰਮ ਕੀ ਕਰਦਾ ਹੈ? ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਆਹ ਗੁਰੂ ਦਾ ਕੰਮ ਹੈ। ਪਰ ਸਿੱਖ ਉਹ ਹੁੰਦਾ ਜਿਹਨੇ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ ਤੇ ਮੰਨ ਲਿਆ, ਜਿਹਦੇ ਜੀਵਨ ਵਿੱਚ ਉਹ ਗੁਰੂ ਦੀ ਸਿੱਖਿਆ ਪ੍ਰਗਟ ਹੋਵੇ, ਉਹ ਸਿੱਖ ਹੈ। ਗੁਰੂ ਦਾ ਕੰਮ ਹੈ ਸਿੱਖ ਦੀ ਪ੍ਰਤਪਾਲਣਾ ਕਰਨੀ। ਔਰ ਸਿੱਖ ਦਾ ਕੰਮ ਕੀ ਹੈ? ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹਿ। ਜੇ ਗੁਰੂ ਦੇ ਘਰ ਵਿੱਚ ਰਹਿਣਾ, ਸਿੱਖ ਦਾ ਕੰਮ ਇਹ ਹੈ ਗੁਰੂ ਦੇ ਹੁਕਮ ਵਿੱਚ ਚੱਲੇ, ਗੁਰੂ ਦੀ ਆਗਿਆ ਵਿੱਚ ਚੱਲੇ, ਗੁਰੂ ਦੀ ਰਜ਼ਾ ਵਿੱਚ ਤੁਰੇ। ਆ ਸਿੱਖ ਦਾ ਕੰਮ ਹੈ। ਜਿਹੜੇ ਹੁਕਮ ਰਜ਼ਾਈ ਚੱਲਦੇ ਆ, ਉਹਨਾਂ ਦੀ ਪ੍ਰਤਪਾਲਣਾ ਸਤਿਗੁਰੂ ਕਰਦੇ ਆ। ਸਤਿਗੁਰੂ ਕਹਿੰਦੇ ਸਿੱਖਿਆ ਸੁਣੀ ਹੋਵੇ ਤੇ ਮੰਨੀ ਨਾ ਹੋਵੇ, ਫਿਰ ਵੀ ਗੱਲ ਨਹੀਂ ਬਣਨੀ। ਮੰਨਣ ਵਿੱਚ ਵੀ ਅੰਤਰ ਹੈ। ਇੱਕ ਤਾਂ ਇਨਸਾਨ ਕਿਸੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਕਹਿੰਦਾ ਠੀਕ ਆ ਮੈਂ ਮੰਨ ਗਿਆ, ਸਮਝ ਗਿਆ। ਇੱਕ ਮੰਨਣ ਤੋਂ ਬਾਅਦ ਉਹਨੂੰ ਜੀਵਨ ਦੇ ਵਿੱਚ ਅਮਲੀ ਰੂਪ 'ਚ ਲੈ ਆਉਣਾ, ਉਹਨੂੰ ਜੀਵਨ ਦਾ ਆਧਾਰ ਬਣਾ ਲੈਣਾ। ਮੰਨਣਾ ਤਾਂ ਹੈ, ਤੋ ਸਤਿਗੁਰੂ ਕਹਿੰਦੇ ਭਾਵਨਾ ਨਾਲ ਮੰਨਣਾ ਹੈ, ਚਾਅ ਨਾਲ ਮੰਨਣਾ ਹੈ। ਉਹਨੂੰ ਫਾਰਮੈਲਿਟੀ ਨਹੀਂ ਸਮਝਣਾ, ਉਹਨੂੰ ਬੋਝ ਨਹੀਂ ਸਮਝਣਾ, ਉਹਨੂੰ ਭਾਵਨਾ ਨਾਲ ਮੰਨਣਾ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਇਸ ਭਾਵਨਾ ਨਾਲ ਮੰਨਣਾ। ਜੇ ਸੁਣ ਕੇ ਮੰਨਣ ਨੂੰ ਮਨ ਕੀਤਾ ਤਾਂ ਭਾਵਨਾ ਨਾਲ ਮੰਨ, ਬੱਧੋ ਚੱਟੀ ਵਾਸਤੇ ਨਹੀਂ। ਜਿਹੜਾ ਬੱਧੋ ਚੱਟੀ ਵਾਸਤੇ ਮੰਨਦਾ ਹੈ, ਵਾਰ-ਵਾਰ ਸੰਗਤ ਵਿੱਚ ਬੈਠਾ ਉਹ ਘੜੀ ਵੇਖਦਾ ਰਹਿੰਦਾ ਹੈ। ਕਦੇ ਵੇਖਦਾ ਕੌਣ ਆਇਆ ਕੌਣ ਗਿਆ, ਕਦੇ ਵੇਖਦਾ ਸਮਾਪਤੀ ਕਦੋਂ ਹੋਵੇ, ਸੰਪੂਰਨਤਾ ਕਦੋਂ ਹੋਵੇ, ਸਮਾਂ ਬਹੁਤ ਹੋ ਗਿਆ। ਵਾਰ-ਵਾਰ ਧਿਆਨ ਉਹਦਾ ਘੜੀ ਵੱਲ ਜਾਏਗਾ। ਜਿਹਨੇ ਹਲੇ ਮਨ ਤੋਂ ਨਹੀਂ ਮੰਨਿਆ, ਮਨ, ਤੁਸੀਂ ਇੱਕ ਆਪਾਂ ਪਿੱਛੇ ਪੌੜੀਆਂ ਪੜ੍ਹੀਆਂ ਸੀ ਨਾ, ਜੇ ਕੋ ਮਨ ਜਾਣੈ ਮਨ ਕੋਈ। ਜਿਹੜਾ ਮਨ ਤੋਂ ਮੰਨ ਕੇ ਜਾਣ ਲਏ ਤੇ ਮਨ ਵਿੱਚ ਵਸਾ ਲਏ, ਭਾਵਨਾ ਨਾਲ ਮੰਨੇ, ਉਹਨੂੰ, ਉਹਨਾਂ ਨੂੰ ਮੰਜ਼ਿਲ ਹੈ। ਸਤਿਗੁਰੂ ਕਹਿੰਦੇ ਸੰਗਤ 'ਚ ਬੈਠ ਕੇ ਘੜੀਆਂ ਇਸ ਕਰਕੇ ਵੇਖ ਰਿਹਾ ਕਿਉਂਕਿ ਇਹਨੂੰ ਰਸ ਨਹੀਂ ਆ ਰਿਹਾ। ਰਸ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਮਨ ਮੰਨ ਨਹੀਂ ਰਿਹਾ, ਹਲੇ ਚਾਹ ਨਹੀਂ ਹੈ, ਹਲੇ ਪ੍ਰੇਮ ਨਹੀਂ ਹੈ। ਜੇ ਕੋਈ ਮੱਛੀ ਨੂੰ ਪੁੱਛੇ ਕਿ ਇੰਨੇ ਸਾਲ ਹੋ ਗਏ ਤੈਨੂੰ ਪਾਣੀ ਦੇ ਵਿੱਚ ਰਹਿੰਦੀ ਨੂੰ, ਹਲੇ ਤੱਕ ਰੱਜੀ ਨਹੀਂ, ਹਲੇ ਤੱਕ ਤੈਨੂੰ ਰੱਜ ਨਹੀਂ ਆਇਆ, ਰਜੇਵਾਂ ਨਹੀਂ ਆਇਆ। ਬੰਦਾ ਤਾਂ 2, 4, 5, 10 ਸਾਲਾਂ ਬਾਅਦ ਕਿਸੇ ਚੀਜ਼ ਨੂੰ ਇੱਕ ਵਾਰ ਕਰਦਾ ਰਹੇ, ਅੱਕ ਜਾਂਦਾ ਹੈ, ਥੱਕ ਜਾਂਦਾ ਹੈ, ਚੇਂਜ ਚਾਹੁੰਦਾ ਹੈ, ਬਦਲਾਅ ਚਾਹੁੰਦਾ ਹੈ। ਇੱਕੋ ਜਿਹੇ ਕੱਪੜੇ ਹਰ ਵੇਲੇ ਨਹੀਂ ਪਾਉਂਦਾ, ਇੱਕੋ ਜਿਹੀ ਦਾਲ ਸਬਜ਼ੀ ਹਰ ਰੋਜ਼ ਨਹੀਂ ਖਾਂਦਾ। ਇੱਕ ਗੱਡੀ ਤੋਂ ਵੀ ਇਹਦਾ ਮਨ ਅੱਕ ਜਾਂਦਾ ਹੈ, ਇੱਕ ਮੋਬਾਈਲ ਤੋਂ ਇਹਦਾ ਮਨ ਅੱਕ ਜਾਂਦਾ ਹੈ। ਕਈ ਵਾਰ ਇੱਕ ਰਿਸ਼ਤੇ ਤੋਂ ਵੀ ਇਹਦਾ ਮਨ ਅੱਕ ਜਾਂਦਾ ਹੈ। ਇੱਕ ਘਰ ਤੋਂ ਮਨ ਅੱਕ ਜਾਂਦਾ, ਜਿੱਥੇ 5-10 ਸਾਲ ਰਹਿ ਰਹੇ, ਉੱਥੇ ਵੀ ਮਨ ਕਰਦਾ ਕਿ ਇਹਨੂੰ ਬਦਲਣਾ। ਹਾਂ, ਮਜਬੂਰੀ, ਬਸ ਨਾ ਬਦਲਿਆ ਜਾਵੇ ਗੱਲ ਵੱਖਰੀ ਹੈ, ਲੇਕਿਨ ਮਨ ਕਰ ਰਿਹਾ। ਅੱਜ ਮਨ ਬਦਲਾਅ ਚਾਹੁੰਦਾ ਸੀ, ਇਸੇ ਕਰਕੇ ਦੁਨੀਆ ਬਾਹਰਲੇ ਦੇਸ਼ਾਂ ਵੱਲ ਜਾ ਰਹੀ ਹੈ। ਇਨਸਾਨ ਦਾ ਜਿਹੜਾ ਅੰਦਰਲਾ ਧੀਰਜ, ਸੰਤੋਖ, ਸੰਜਮ ਹੈ, ਇਹਦਾ ਮਿਆਰ, ਇਹਦਾ ਸਮਾਂ ਬਹੁਤ ਥੋੜ੍ਹਾ ਹੈ। ਥੋੜ੍ਹੇ ਸਮੇਂ ਵਿੱਚ ਅੱਕ ਥੱਕ ਜਾਂਦਾ ਹੈ। ਪਰ ਮੱਛੀ ਨੂੰ ਤਾਂ ਸਾਰਾ ਜੀਵਨ ਹੀ ਪਾਣੀ ਦੇ ਵਿੱਚ ਬਸ਼ਰ ਕਰਦਿਆਂ ਹੋ ਗਿਆ। ਪੁੱਛਿਆ ਵੀ ਤੇਰਾ ਮਨ ਅੱਕਦਾ ਨਹੀਂ?
ਤੂੰ ਰੋਜ਼ ਪਾਣੀ ਵਿੱਚ ਰਹਿਨੀ ਆ, ਤੇਰਾ ਪਾਣੀ 'ਚ ਰਹਿ ਰਹਿ ਕੇ ਮਨ ਅੱਕਿਆ ਨਹੀਂ ਆ, ਬਾਹਰਲੀ ਦੁਨੀਆ ਵਿੱਚ ਆਉਣ ਨੂੰ ਮਨ ਨਹੀਂ ਕਰਦਾ। ਗੁਰੂ ਸਾਹਿਬ ਨੇ ਦਾ ਜਵਾਬ ਬੜਾ ਖੂਬਸੂਰਤ ਦਿੱਤਾ। ਮਾਰੇ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਦਕਾਏ। ਜਿਉਂ ਜਿਉਂ ਜਲ ਵਿੱਚ ਮੱਛੀ ਕਹਿੰਦੀ ਮੈਂ ਰਹਿ ਰਹੀ ਹਾਂ, ਜਿਵੇਂ ਜਿਵੇਂ ਸਮਾਂ ਵੱਧ ਰਿਹਾ ਰਹਿੰਦੀ ਹੋਈ ਨੂੰ, ਉਵੇਂ ਉਵੇਂ ਮੇਰੇ ਅੰਦਰ ਪਾਣੀ ਦੇ ਪ੍ਰਤੀ ਪ੍ਰੇਮ ਦੇ ਵਿੱਚ ਪਿਆਸ ਵੱਧਦੀ ਗਈ, ਘਟੀ ਨਹੀਂ। ਉਹ ਜਿਹੜੀ ਪਿਆਸ ਸੀ, ਜਿਹੜੀ ਪ੍ਰੇਮ ਦੇ ਵਿੱਚੋਂ ਨਿਕਲੀ ਹੋਈ ਪਿਆਸ ਸੀ, ਉਸ ਪਿਆਸ ਨੇ ਕਦੇ ਮਨ 'ਚ ਖਿਆਲ ਹੀ ਨਹੀਂ ਆਉਣ ਦਿੱਤਾ ਕਿ ਪਾਣੀ ਤੋਂ ਬਾਹਰ ਵੀ ਰਹਿ ਕੇ ਵੇਖ ਲਈਏ। ਉਸ ਪਿਆਸ ਨੇ ਮੈਨੂੰ ਮਜਬੂਰ ਕਰਕੇ ਰੱਖਿਆ ਕਿ ਇਸੇ ਪਾਣੀ ਵਿੱਚ ਹੀ ਰਹਿਣਾ। ਤਾਂ ਇਹ ਪਾਣੀ ਮੇਰਾ ਜੀਵਨ ਬਣ ਗਿਆ, ਮੈਂ ਪਾਣੀ ਨੂੰ ਜੀਵਨ ਸਮਝ ਲਿਆ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਇਸ ਕਿਸਮ ਦੀ ਪਿਆਸ ਹੋਵੇ ਜਿਵੇਂ ਮੱਛੀ ਨੂੰ ਪਾਣੀ ਲਈ ਹੈ, ਫਿਰ ਇਨਸਾਨ ਅੱਕਦਾ ਨਹੀਂ, ਫਿਰ ਇਨਸਾਨ ਦਾ ਮਨ ਕਦੇ ਖਿੱਚਦਾ ਨਹੀਂ, ਕਦੇ ਇਨਸਾਨ ਦਾ ਮਨ ਆਕੀ ਤੇ ਬਾਗੀ ਨਹੀਂ ਹੁੰਦਾ ਗੁਰੂ ਤੋਂ। ਜਦੋਂ ਇਦਾਂ ਦੀ ਪਿਆਸ ਹੋਵੇ, ਸੁਣਿਆ ਮੰਨਿਆ ਮਨ ਕੀਤਾ ਪਾਓ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਅੱਜ ਗੱਲ ਸ਼ਲੋਕ ਵਿੱਚ ਵੀ ਕਰਮਾਂ ਦੀ ਹੋਣੀ ਹੈ। ਜਪ ਬਾਣੀ ਦਾ ਸਾਰੰਸ਼ ਕੀ ਨਿਕਲਣਾ ਹੈ, ਇਹ ਧਿਆਨ ਨਾਲ ਸੁਣਿਓ। ਇਉਂ ਪ੍ਰਭੂ ਦੇ ਗੁਣਾਂ ਦਾ ਸੰਗ੍ਰਹਿ ਦਿਖਾ ਦਿਖਾ ਕੇ ਜਿਹੜੀ ਮਤ ਬੁੱਧ ਮਨ ਸੁਰਤ ਨੂੰ ਘੜਨਾ ਸ਼ੁਰੂ ਕੀਤਾ, ਕਿਉਂਕਿ ਰੱਬ ਗੁਣਾਂ ਦਾ ਸੰਗ੍ਰਹਿ ਹੈ। ਦੈਵੀ ਗੁਣ ਨੇ, ਉਹ ਗੁਣ ਜਿਹੜੇ ਨਾ ਕਦੇ ਪੁਰਾਣੇ ਹੁੰਦੇ ਆ, ਨਾ ਉਹ ਗੁਣ ਕਦੇ ਮੈਲੇ ਹੁੰਦੇ ਆ, ਤੇ ਨਾ ਉਹ ਕਦੇ ਗੁਣਾਂ ਤੇ ਕੋਈ ਕਿੰਤੂ ਪਰੰਤੂ ਹੁੰਦਾ। ਉਹ ਗੁਣ ਸਦੀਵ ਕਾਲ ਨੇ, ਔਰ ਉਹਨਾਂ ਗੁਣਾਂ ਨੂੰ ਦੇਖ ਕੇ ਹੀ ਦੁਨੀਆ ਨੇ ਰੱਬ ਦੇ ਇੰਨੇ ਨਾਂ ਰੱਖ ਦਿੱਤੇ। ਉਹ ਗੁਣਾਂ ਦੇ ਨਾਮ ਰੱਬ ਨਾਲ ਢੁਕਦੇ ਆ, ਗੁਰੂ ਨਾਲ ਢੁਕਦੇ ਆ, ਪਰ ਜੇ ਉਹ ਗੁਣਾਂ ਨੂੰ ਕੋਈ ਜੀਵਨ ਵਿੱਚ ਲੈ ਆਏ, ਅੱਜ ਜਪ ਬਾਣੀ ਨੇ ਇਹੀ ਕਹਿਣਾ ਕਿ ਤੇਰੇ ਕਰਮਾਂ ਵਿੱਚ ਗੁਰੂ ਝਲਕਣ ਲੱਗ ਪਵੇ, ਤੇਰੇ ਜੀਵਨ ਵਿੱਚੋਂ ਗੁਰੂ ਦੀ ਮੂਰਤ ਨਜ਼ਰ ਆਉਣ ਲੱਗ ਪਵੇ। ਆਹ ਤੇਰੀ ਮੰਜ਼ਿਲ ਹੈ। ਅਸੀਂ ਪਿੱਛੇ ਖੰਡਾਂ ਦੀ ਵਿਚਾਰ ਕੀਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਇੱਕ ਸਾਡੇ ਸਾਹਮਣੇ ਇੱਕ ਸਵਾਲ ਆਇਆ ਸੀ ਕਿ ਸਚਿਆਰਾ ਹੋਈ ਹੈ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਨੇ ਪੂਰੇ ਵਿਸ਼ਵ, ਪੂਰੇ ਸੰਸਾਰ, ਪੂਰੀ ਮਾਨਵਤਾ ਨੂੰ ਇੱਕ ਏਮ ਦਿੱਤਾ ਕਿ ਭਾਈ ਸਚਿਆਰ ਹੋਣਾ ਹੈ। ਆਪਾਂ ਸਾਰੇ ਸਚਿਆਰ ਹੋਣ ਵਾਸਤੇ ਆਏ ਹਾਂ, ਸਚਿਆਰ ਸੱਚੇ ਨਾਲ ਜੁੜ ਕੇ ਹੋਇਆ ਜਾਣਾ ਹੈ। ਤਾਂ ਜਿਨ੍ਹਾਂ ਨੇ ਇਸ ਬਚਨ ਨੂੰ ਸੁਣਿਆ, ਉਹਨਾਂ ਨੇ ਸਵਾਲ ਕੀਤਾ, ਜੀ ਸਚਿਆਰ ਕਿਵੇਂ ਹੋਇਆ ਜਾਏਗਾ? ਅੰਦਰੋਂ ਕੂੜ ਦੀ ਕੰਧ ਤੋੜਨੀ ਪਏਗੀ, ਉਹ ਕਿਵੇਂ ਟੁੱਟੇਗੀ? ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆ ਇੱਕ ਸੰਸਾਰ ਦੇ ਸਾਹਮਣੇ ਇੱਕ ਵਿਲੱਖਣ ਮਨੋਰਥ ਰੱਖਿਆ ਪਾਤਸ਼ਾਹ ਨੇ, ਜਿਸ ਨੂੰ ਕੋਈ ਵੀ ਧਰਮ ਕੰਡੈਮ ਨਹੀਂ ਕਰ ਸਕਦਾ, ਜਿਸ ਨੂੰ ਕੋਈ ਵੀ ਧਰਮ ਝੁਠਲਾ ਨਹੀਂ ਸਕਦਾ। ਇਹ ਇੱਕ ਸਰਬ ਸਾਂਝਾ ਏਮ ਹੈ। ਸਚਿਆਰ ਹਰ ਕੋਈ ਹੋਣਾ ਚਾਹੁੰਦਾ ਹੈ, ਔਰ ਹਰ ਧਰਮ ਵਿੱਚ ਇਨਸਾਨ ਸਚਿਆਰ ਹੋਣ ਵਾਸਤੇ ਜਾਂਦਾ ਹੈ। ਧਰਮ ਦੀ ਦੁਨੀਆ ਨਾਲ ਸੰਬੰਧ ਹੀ ਬਹੁਤੀ ਵਾਰ ਇਸੇ ਕਰਕੇ ਜੁੜਦਾ ਕਿ ਮੇਰਾ ਜੀਵਨ ਸਚਿਆਰ ਹੋ ਸਕੇ, ਸੱਚ ਆ ਸਕੇ ਜੀਵਨ 'ਚ। ਕੂੜ ਦੀਆਂ, ਭਰਮਾਂ ਦੀਆਂ, ਭੁਲੇਖਿਆਂ ਦੀਆਂ, ਕਰਮ ਕਾਂਡਾਂ ਦੀਆਂ ਦੀਵਾਰਾਂ ਟੁੱਟ ਜਾਣ, ਇਸ ਕਰਕੇ ਅਸੀਂ ਧਰਮ ਦਾ ਆਸਰਾ ਲੈ ਰਹੇ ਹਾਂ। ਅਸੀਂ ਧਰਮ ਖੰਡ 'ਚੋਂ ਨਿਕਲੇ। ਧਰਮ ਖੰਡ ਤੇ ਪਹੁੰਚਣ ਲਈ ਪਿੱਛੇ ਇੱਕ ਕਠਨ ਘਾਲਣਾ ਘਾਲੀ, ਇੱਕ ਮੁਸ਼ੱਕਤ ਵਿੱਚੋਂ ਨਿਕਲੇ। ਅਖੀਰ ਤੇ ਬਾਦਸ਼ਾਹ ਨੇ ਮੁਸ਼ੱਕਤ ਸ਼ਬਦ ਵੀ ਵਰਤਿਆ। ਹੁਕਮ ਰਜਾਈ ਵਿੱਚ ਚੱਲੇ, ਗੁਰੂ ਦੀ ਸਿੱਖਿਆ ਨੂੰ ਸੁਣਿਆ, ਸੁਣਨ ਤੋਂ ਬਾਅਦ ਮੰਨਿਆ, ਮੰਨਣ ਤੋਂ ਬਾਅਦ ਅਸੀਂ ਪ੍ਰਵਾਨ ਹੋਏ। ਪ੍ਰਵਾਨ ਹੋਣ ਤੋਂ ਬਾਅਦ ਇੱਕ ਐਡੀ ਵਿਸ਼ਾਲਤਾ ਵਾਲੀ ਅੱਖ ਮਿਲ ਗਈ। ਅਸੀਂ ਅਸੰਖ ਜਪ, ਅਸੰਖ ਭਾਉ ਨੂੰ ਵੇਖਿਆ, ਅਸੰਖ ਮੂਰਖ ਅੰਧ ਘੋਰ ਵੇਖੇ, ਅਸੰਖ ਨਾਵ, ਅਸੰਖ ਥਾਪ ਦੇਖੇ, ਲੇਕਿਨ ਪੰਜ ਪ੍ਰਵਾਨ ਸੀ। ਇਸ ਕਰਕੇ ਸਭ ਕੁਝ ਦੇਖਣ ਤੋਂ ਬਾਅਦ ਕਹਿਣਾ ਪਿਆ, ਤੂੰ ਸਦਾ ਸਲਾਮਤ ਨਿਰੰਕਾਰ। ਅਸੀਂ ਉਸ ਪਰਮਾਤਮਾ ਦੇ ਅਮੁੱਲ ਗੁਣਾਂ ਦਾ ਜ਼ਿਕਰ ਵੀ ਕੀਤਾ। ਅਸੀਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਦੀ ਪੌੜੀ ਵੀ ਪੜ੍ਹ ਕੇ ਆਏ। ਅਸੀਂ ਇਹ ਸਾਰਾ ਸਫ਼ਰ ਤੈਅ ਕਰਦੇ ਕਰਦੇ ਸੋ ਦਰ ਸੋ ਘਰ ਤੱਕ ਪਹੁੰਚ ਗਏ। ਉੱਥੇ ਪਾਤਸ਼ਾਹ ਨੇ ਹੋਰ ਵੀ ਬੜੇ ਭਰਮ ਭੁਲੇਖੇ ਦੂਰ ਕੀਤੇ। ਸੋ ਦਰ ਤੇ ਜਾ ਕੇ ਜਦੋਂ ਵੇਖਿਆ ਕਿ ਇੰਨੇ ਅਣਗਿਣਤ ਲੋਕ, ਮਨੁੱਖਤਾ, ਮਾਨਵਤਾ ਸਿੱਧ
ਦ੍ਰਿਸ਼ਟਮਾਨ ਔਰ ਅਦ੍ਰਿਸ਼ਟ ਤਾਕਤਾਂ ਰੱਬ ਨੂੰ ਗਾ ਰਹੀਆਂ। ਮਨ ਵਿੱਚ ਆ ਬਣਿਆ ਕਿ ਮੈਂ ਵੀ ਗਾਵਾਂ, ਪਰ ਗਾਉਣਾ ਤਾਂ ਹੈ ਆਪਣੇ ਜ਼ੋਰ ਨਾਲ ਨਹੀਂ ਗਾਉਣਾ, ਧਿਆਉਣਾ ਤਾਂ ਹੈ ਆਪਣੇ ਜ਼ੋਰ ਨਾਲ ਨਹੀਂ ਧਿਆਉਣਾ, ਧਰਮ ਕਮਾਉਣਾ ਤਾਂ ਹੈ ਲੇਕਿਨ ਆਪਣੇ ਜ਼ੋਰ ਨਾਲ ਨਹੀਂ ਕਮਾਉਣਾ। ਆਪਣਾ ਜ਼ੋਰ ਪਾਸੇ ਰੱਖ ਕੇ, ਆਪਣੇ ਜ਼ੋਰ ਨੂੰ ਪਿੱਛੇ ਛੱਡ ਕੇ ਫਿਰ ਮੈਂ ਗੁਰੂ ਦੇ ਇਸ ਦਰਸਾਏ ਮਾਰਗ ਤੇ ਚੱਲਦੇ ਨੇ ਪਰਮਾਤਮਾ ਤੱਕ ਪਹੁੰਚਣਾ ਹੈ। ਜਦੋਂ ਇਨਸਾਨ ਆਪਣਾ ਜ਼ੋਰ ਛੱਡ ਕੇ ਗੁਰੂ ਕੋਲ ਗਿਆ, ਫਿਰ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਧਰਮ ਖੰਡ ਵਿੱਚ ਪ੍ਰਵੇਸ਼ ਕਰਵਾਇਆ। ਧਰਮ ਖੰਡ ਨੇ ਜਾਂਚ ਸਿਖਾਈ ਕਿ ਉੱਤਮ ਕੀ ਹੈ, ਨੀਚ ਕੀ ਹੈ, ਚੰਗੇ ਮਾੜੇ ਦਾ ਨਿਰਣਾ ਕਰਨਾ ਦੱਸਿਆ। ਚੰਗੇ ਮਾੜੇ ਦਾ ਨਿਰਣਾ ਕਰਨ ਲਈ ਗਿਆਨ ਚਾਹੀਦਾ ਸੀ। ਗਿਆਨ ਖੰਡ ਵਿੱਚ ਗੁਰੂ ਨੇ ਪ੍ਰਵੇਸ਼ ਕਰਾਇਆ। ਗਿਆਨ ਖੰਡ ਤੋਂ ਬਾਅਦ ਇੱਕ ਸ਼ਰਮ ਖੰਡ, ਇੱਕ ਮਿਹਨਤ। ਹੁਣ ਜਦੋਂ ਕਿਸੇ ਗੱਲ ਦਾ ਗਿਆਨ ਹੋ ਜਾਏ ਫਿਰ ਬੰਦੇ ਦਾ ਮਿਹਨਤ ਕਰਨ ਵਿੱਚ ਮਨ ਵੀ ਲੱਗਦਾ ਹੈ। ਜਦੋਂ ਕਿਸੇ ਚੀਜ਼ ਬਾਰੇ ਗਿਆਨ ਆ ਜਾਏ ਕਿ ਮੈਂ ਆਹ ਪੜ੍ਹਾਈ ਪੜ੍ਹ ਕੇ ਵੱਡਾ ਅਫਸਰ ਬਣ ਜਾਵਾਂਗਾ, ਆਹ ਪੜ੍ਹਾਈ ਪੜ੍ਹ ਕੇ ਮੈਂ ਵੱਡਾ ਇੰਜੀਨੀਅਰ ਬਣ ਜਾਵਾਂਗਾ, ਆਹ ਪੜ੍ਹਾਈ ਪੜ੍ਹ ਕੇ ਮੈਂ ਪਾਇਲਟ ਬਣ ਜਾਵਾਂਗਾ, ਆਹ ਪੜ੍ਹਾਈ ਪੜ੍ਹ ਕੇ ਮੈਂ ਰਾਸ਼ਟਰਪਤੀ ਬਣ ਜਾਵਾਂਗਾ। ਜਦੋਂ ਇਹ ਗੱਲਾਂ ਦਾ ਗਿਆਨ ਹੋਇਆ ਫਿਰ ਇਨਸਾਨ ਗਿਆਨ ਲੈਣ ਤੋਂ ਬਾਅਦ ਮਿਹਨਤ ਦਿਨ ਰਾਤ ਕਰਦਾ ਹੈ। ਸ਼ਰਮ ਖੰਡ ਕੀ ਬਾਣੀ ਰੂਪ ਦੇ ਵਿੱਚ ਗਏ, ਉੱਥੇ ਇੱਕ ਅਨੂਪ ਘਾੜਤ ਘੜੀ ਗਈ। ਅਨੂਪ ਘਾੜਤ ਇਸ ਕਰਕੇ ਕਿਹਾ, ਉਹ ਸਾਰੀ ਘਾੜਤ ਅੰਦਰ ਦੀ ਸੀ, ਅੰਦਰੋਂ ਜੀਵਨ ਨੂੰ ਘੜਿਆ ਗਿਆ। ਇਸ ਕਰਕੇ ਗੁਰੂ ਨੇ ਘੜਿਆ, ਕਿਉਂਕਿ ਮੈਂ ਤੇਰੇ ਜੀਵਨ ਦੀ ਘਾੜਤ ਘੜ ਕੇ ਤੇਰੇ ਵਿੱਚੋਂ ਗੁਰੂ ਨੂੰ, ਗੁਰੂ ਦੇ ਗੁਣਾਂ ਨੂੰ ਪ੍ਰਗਟ ਕਰਨਾ ਚਾਹੁੰਦਾ। ਇੱਕ ਗਾਥਾ ਪੜ੍ਹੀ, ਇੱਕ ਬੁੱਤ ਘੜਨ ਵਾਲਾ ਆਮ ਕਿਤੋਂ ਚੱਕ ਕੇ ਪੱਥਰ ਲੈ ਆਇਆ। ਹੁਣ ਇੱਕ ਆਮ ਪੱਥਰ ਪਿਆ ਹੋਵੇ, ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ, ਪੱਥਰ ਤੋਂ ਬਲਕਿ ਲੋਕ ਬਚ ਕੇ ਲੰਘਦੇ, ਕਿਤੇ ਠੋਕਰ ਨਾ ਮਾਰ ਜਾਏ, ਪੱਥਰ ਕੋਈ ਸੱਟ ਫੇਟ ਨਾ ਮਾਰ ਜਾਏ। ਪਰ ਬੁੱਤ ਘੜਨ ਵਾਲੇ ਨੂੰ ਪਤਾ ਸੀ ਇਹ ਪੱਥਰ ਉਨੀ ਦੇਰ ਤੱਕ ਪੱਥਰ ਹੈ ਜਦੋਂ ਤੱਕ ਇਹ ਘੜਿਆ ਨਹੀਂ ਜਾਂਦਾ। ਜਦੋਂ ਘੜਿਆ ਗਿਆ ਇਹਨੇ ਪੂਜਣਯੋਗ ਹੋ ਜਾਣਾ, ਇਹਨੇ ਸਤਿਕਾਰਯੋਗ ਹੋ ਜਾਣਾ, ਇਹਨੇ ਸਨਮਾਨਯੋਗ ਹੋ ਜਾਣਾ, ਔਰ ਇਹਨੇ ਮੂੰਹੋਂ ਮੰਗੀ ਕੀਮਤ ਪਵਾ ਲੈਣੀ ਆਪਣੀ। ਬੁੱਤ ਘੜਨ ਵਾਲਾ ਪੱਥਰ ਨੂੰ ਲੈ ਕੇ ਗਿਆ ਆਪਣੀ ਦੁਕਾਨ ਤੇ ਜਾ ਕੇ, ਜਦੋਂ ਬੜੀ ਰੀਝ ਨਾਲ ਘੜਿਆ ਉਹਨੂੰ, ਬੜੀ ਰੀਝ ਨਾਲ ਤਰਾਸ਼ਿਆ ਉਹਨੂੰ, ਤਰਾਸ਼ ਕੇ ਉਸ ਪੱਥਰ ਚੋਂ ਮੂਰਤੀ ਪ੍ਰਗਟ ਕਰਕੇ ਜਦੋਂ ਨੇ ਆਪਣੇ ਕਾਊਂਟਰ ਤੇ ਰੱਖੀ, ਲੋਕ ਆਉਣ ਲੱਗ ਪਏ, ਗਾਹਕ ਆਉਣ ਲੱਗ ਪਏ, ਤੇ ਲੋਕਾਂ ਨੇ ਮੂੰਹੋਂ ਮੰਗੀ ਕੀਮਤ ਦੇ ਕੇ ਲਿਜਾ ਕੇ ਆਪਣੇ ਡਰਾਇੰਗ ਰੂਮ 'ਚ ਰੱਖ ਲਈ। ਕੋਈ ਵੀ ਮਿਲਣ ਵਾਲਾ ਉਹਦੇ ਘਰ ਵਿੱਚ ਗਿਆ, ਹੁਣ ਉਹਦਾ ਜਦੋਂ ਧਿਆਨ ਜਾਂਦਾ ਉਸ ਮੂਰਤ ਤੇ ਜਾਂਦਾ, ਹੁਣ ਉਹਨੂੰ ਪੱਥਰ ਯਾਦ ਨਹੀਂ ਆਉਂਦਾ, ਸਿਰਫ ਉਹ ਮੂਰਤੀ ਨੂੰ ਵੇਖ ਕੇ ਖੁਸ਼ ਹੋ ਰਿਹਾ ਹੈ। ਮੂਰਤ ਬਣਾਉਣ ਵਾਲੇ ਨੂੰ ਯਾਦ ਕਰ ਰਿਹਾ, ਪੁੱਛ ਰਿਹਾ ਕਿਹਨੇ ਬਣਾਈ, ਕਿੱਥੋਂ ਲਿਆਂਦੀ, ਕਿੰਨੇ ਦੀ ਆਈ। ਹਾਲਾਂਕਿ ਉਹ ਮੂਰਤੀ ਪੱਥਰ ਵਿੱਚੋਂ ਹੀ ਆਈ ਹੈ, ਉਹ ਮੂਰਤੀ ਪੱਥਰ ਦੀ ਬਣੀ ਆ, ਪਰ ਹੁਣ ਪੱਥਰ ਦਾ ਜ਼ਿਕਰ ਨਹੀਂ ਹੋ ਰਿਹਾ, ਮੂਰਤੀ ਦਾ ਜ਼ਿਕਰ ਹੋ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਵੇਖ, ਜਦੋਂ ਉਹ ਚੀਜ਼ ਘੜੀ ਜਾਂਦੀ ਹੈ ਨਾ, ਫਿਰ ਪੱਥਰ ਵਿੱਚੋਂ ਮੂਰਤੀ ਨਜ਼ਰ ਆਉਂਦੀ ਹੈ। ਪੱਥਰ ਨਜ਼ਰ ਨਹੀਂ ਆਉਂਦਾ, ਪੱਥਰ ਚੋਂ ਮੂਰਤੀ ਨਜ਼ਰ ਆਉਂਦੀ ਹੈ। ਯਾਦ ਰੱਖ, ਜਿਸ ਦਿਨ ਤੇਰਾ ਜੀਵਨ ਗੁਰੂ ਨੇ ਘੜ ਦਿੱਤਾ, ਫਿਰ ਤੂੰ ਘੱਟ ਦਿਸੇਗਾ, ਤੇਰੇ ਵਿੱਚੋਂ ਗੁਰੂ ਜ਼ਿਆਦਾ ਨਜ਼ਰ ਆਏਗਾ, ਤੇਰੇ ਕਰਮਾਂ ਵਿੱਚੋਂ ਗੁਰੂ ਨਜ਼ਰ ਆਏਗਾ, ਤੇਰੀ ਦਿੱਖ ਵਿੱਚੋਂ, ਤੇਰੀ ਸ਼ਖਸੀਅਤ ਵਿੱਚੋਂ, ਤੇਰੇ ਗੁਣਾਂ ਵਿੱਚੋਂ, ਤੇਰੇ ਕਰਮਾਂ ਵਿੱਚੋਂ ਗੁਰੂ ਨਜ਼ਰ ਆਏਗਾ। ਜਦੋਂ ਗੁਰੂ ਨੇ ਤੇਰੀ ਅਨੂਪ ਘਾੜਤ ਘੜ ਦਿੱਤੀ, ਉਹ ਅਨੂਪ ਘਾੜਤ ਦੇ ਵਿੱਚ ਸੁਰਤ, ਮਤ, ਮਨ, ਬੁੱਧ ਨੂੰ ਘੜਿਆ ਗਿਆ। ਇਸ ਅਨੂਪ ਘਾੜਤ ਜਦੋਂ ਘੜੀ ਗਈ, ਇਸ ਅਨੂਪ ਘਾੜਤ ਨੇ ਹੁਣ ਜਦੋਂ ਕੋਈ ਵੇਖਦਾ ਹੈ ਗੁਰੂ ਯਾਦ ਆਉਂਦਾ ਹੈ। ਸਿੱਖ ਹੁੰਦਾ ਹੀ ਉਹ ਹੈ ਜਿਹਨੂੰ ਵੇਖ ਕੇ ਗੁਰੂ ਯਾਦ ਆ ਜਾਏ। ਉਹ ਕਰਮ ਜਦੋਂ ਕਰੇ, ਲੋਕ ਕਹਿਣ ਵੀ ਇਹ ਕਰਮ ਤਾਂ ਮੇਰੇ ਗੁਰੂ ਦੇ ਕਰਮ ਨੇ ਬਈ, ਇਹ ਜਿਹੜਾ ਕੁਛ ਕਰ ਰਿਹਾ ਇਹੀ ਕੰਮ ਤਾਂ ਮੇਰਾ ਗੁਰੂ ਕਰਦਾ ਹੈ। ਹੁਣ ਜਦੋਂ ਸਿੱਖ ਦੇ ਕਰਮ ਗੁਰੂ ਨਾਲ ਰਲ ਜਾਣ, ਫਿਰ ਉਹ ਕਰਮ ਖੰਡ ਤੋਂ ਸੱਚਖੰਡ ਵਿੱਚ ਜਾਂਦਾ ਹੈ। ਨਹੀਂ, ਬਹੁਤੀ ਵਾਰ ਕਰਮ ਹੋਰ ਹੁੰਦੇ ਹੈ, ਗੁਰੂ ਦਾ ਹੁਕਮ ਹੋਰ ਹੁੰਦਾ ਹੈ, ਗੁਰੂ ਦੀ ਸਿੱਖਿਆ ਹੋਰ ਹੁੰਦੀ ਹੈ। ਜਦੋਂ ਕਰਮ ਤੇ ਸਿੱਖਿਆ ਆਪਸ ਵਿੱਚ ਸੁਮੇਲ ਨਾ ਖਾਣ, ਉਦੋਂ ਬਾਨਾਰਸ ਕੇ ਠੱਗ ਕਹਿ ਦਿੱਤਾ। ਜਦੋਂ ਕਰਮ ਤੇ ਗੁਰੂ ਦੀ ਸਿੱਖਿਆ ਮੇਲ ਖਾ ਜਾਏ, ਫਿਰ ਲੋਕ ਉਹਨੂੰ ਸੰਤ, ਬ੍ਰਹਮ ਗਿਆਨੀ, ਭਗਤ, ਗੁਰਮੁਖ ਕਿੰਨੇ ਉੱਚ ਪਾਏ ਦੇ ਸਤਿਕਾਰਤ ਸ਼ਬਦਾਂ ਨਾਲ ਬੁਲਾਉਂਦੇ ਨੇ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਉਹ ਗੁਰੂ ਦੀ ਸਿੱਖਿਆ ਚੱਲ ਰਹੀ ਹੈ।
ਜੀਵਨ ਕਰਮ ਖੰਡ ਹੈ, ਇਹਨੂੰ ਘੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਰਮ ਖੰਡ ਦੇ ਨਾਲ ਹੀ ਸੱਚਖੰਡ ਹੈ। ਜਿਹਨੇ ਇੱਥੇ ਆਪਣੀ ਘਾੜਤ ਨਹੀਂ ਕਢਵਾਈ, ਆਪਣੇ ਕਰਮਾਂ ਰਾਹੀਂ ਆਪਣੇ ਆਪ ਨੂੰ ਤਰਾਸ਼ਿਆ ਨਹੀਂ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ, ਅਨੂਪ ਘਾੜਤ ਨਹੀਂ ਘੜੀ ਕਿ ਸੱਚਖੰਡ 'ਚ ਜਾ ਹੀ ਨਹੀਂ ਸਕਦਾ, ਉਹਦੇ ਜੀਵਨ 'ਚ ਸੱਚਖੰਡ ਆ ਹੀ ਨਹੀਂ ਸਕਦਾ। ਕਿਉਂਕਿ ਕਲਯੁਗ ਹੈ, ਕਲਯੁਗ ਦੇ ਵਿੱਚ ਕੀ ਹੈ, ਜਿਹਾ ਕੋ ਬੀਜੈ ਤਿਹਾ ਫਲ ਪਾਏ। ਇੱਥੇ ਜਿਹੋ ਜਿਹਾ ਕੋਈ ਬੀਜਦਾ ਉਹਨੂੰ ਉਹੋ ਜਿਹਾ ਫਲ। ਤਾਂ ਹੀ ਮਹਾਰਾਜ ਨੇ ਕਿਹਾ ਸਗਲ ਜੁਗਾਂ ਮੈਂ ਉਤਮੋ, ਸਾਰੇ ਜੁਗਾਂ ਦੇ ਵਿੱਚੋਂ ਕਲਯੁਗ ਉਤਮ ਹੈ। ਇਸ ਕਰਕੇ ਉਤਮ ਹੈ ਕਿ ਇਹ ਕਰ ਕਰੇ ਸੋ ਇਹ ਕਰ ਪਾਏ। ਆਹ ਹੱਥ ਕਰਦਾ ਦੂਜੇ ਹੱਥ ਨੂੰ ਨਾਲ ਦੀ ਨਾਲ ਰਿਜ਼ਲਟ ਮਿਲਦਾ ਹੈ। ਇਹਦੇ ਕੋਈ ਲੰਬੀਆਂ ਚੌੜੀਆਂ ਗੱਲਾਂ ਨਹੀਂ। ਤੁਸੀਂ ਆਪਣੇ ਸੰਸਾਰ ਵਿੱਚ ਰਹਿੰਦਿਆਂ ਬੜੇ ਲੋਕ ਬਣਦੇ ਵੇਖੇ ਹੋਣੇ ਆ, ਬੜੇ ਢਹਿੰਦੇ ਵੇਖੇ ਹੋਣੇ ਆ, ਉਹ ਕਰਮਾਂ ਦੀ ਗੱਲ ਹੈ। ਸਰੀਰ ਕਰਮ ਧਰਤੀ ਹੈ। ਇਸ ਧਰਤੀ 'ਚ ਆ ਸੰਸਾਰ ਇੱਕ ਧਰਤੀ ਹੈ। ਅੱਜ ਮਾਤਾ ਧਰਤ ਮਹਤ ਦੀ ਗੱਲ ਹੋਣੀ ਹੈ। ਸੰਸਾਰ ਧਰਤੀ ਦੇ ਵਿੱਚ ਬੜੇ ਖੂਬਸੂਰਤ ਫੁੱਲ ਲੋਕੀ ਲਾਉਂਦੇ ਆ, ਬੜੀ ਖੂਬਸੂਰਤੀ ਬਨਸਪਤ ਪੈਦਾ ਹੁੰਦੀ ਹੈ, ਬੜੇ ਖੂਬਸੂਰਤ ਬਾਗ ਲੱਗਦੇ ਆ, ਬੜੀ ਚਾਰ ਛਪੇਰਿਓਂ ਵੈਸੀ ਕੁਦਰਤ ਬਹੁਤ ਸਜੀ ਹੋਈ ਹੈ ਕਿਉਂਕਿ ਰੱਬ ਨੇ ਪੈਦਾ ਕੀਤੀ। ਪਰ ਕਈ ਦਾਨੇ ਆਲਮ ਫਾਜ਼ਲ ਲੋਕ ਹੋਰ ਵੀ ਆਪਣਾ ਜੀਦਾਰੀ ਨਾਲ ਟਾਈਮ ਦੇ ਕੇ, ਸਮਾਂ ਦੇ ਕੇ, ਪੈਸਾ ਲਾ ਕੇ ਇਹਨੂੰ ਹੋਰ ਸ਼ਿੰਗਾਰ ਦਿੰਦੇ ਆ, ਖੂਬਸੂਰਤ ਲੱਗਦਾ ਹੈ ਤੇ ਇੰਨੀ ਖੂਬਸੂਰਤ ਹੋ ਜਾਂਦੀ ਆ ਤੇ ਇਉਂ ਲੱਗਦਾ ਜਿਵੇਂ ਕਈ ਵਾਰ ਪ੍ਰਭੂ ਪਰਮਾਤਮਾ ਆਪ ਆ ਕੇ ਉਸ ਕੁਦਰਤ ਵਿੱਚ ਬੈਠ ਜਾਂਦਾ ਹੈ ਹੀ ਬੈਠਾ ਹੋ। ਮਹਾਰਾਜ ਕਹਿੰਦੇ ਸਰੀਰ ਵੀ ਧਰਤੀ ਹੈ। ਜਦੋਂ ਇਸ ਸਰੀਰ ਰੂਪੀ ਧਰਤੀ ਵਿੱਚ ਚੰਗੇ ਸ਼ੁਭ ਗੁਣਾਂ ਦੇ ਫੁੱਲ ਖਿੜਦੇ ਆ, ਜਦੋਂ ਗੁਰੂ ਦੀ ਸਿੱਖਿਆ ਰੂਪੀ ਫੁੱਲ ਖਿੜਦੇ ਆ, ਜਦੋਂ ਗੁਰੂ ਦੇ ਉਪਦੇਸ਼ ਰੂਪੀ ਫੁੱਲ ਖਿੜਦੇ ਆ, ਜਦੋਂ ਗੁਰੂ ਦੇ ਉਪਦੇਸ਼ ਸਿੱਖਿਆ ਦੀਆਂ ਖੁਸ਼ਬੂਆਂ ਇਹਦੇ ਵਿੱਚੋਂ ਚਾਰ ਛਪੇਰੇ ਫੈਲਦੇ ਆ। ਮੈਂ ਅੱਗੇ ਵੀ ਸ਼ਾਇਦ ਇੱਕ ਵਾਰ ਬੇਨਤੀ ਕੀਤੀ, ਸਿੱਖ ਹਵਾਵਾਂ ਨੇ, ਗੁਰੂ ਚੰਦਨ ਹੈ। ਹਵਾ ਦਾ ਕੰਮ ਕੀ ਹੁੰਦਾ ਹੈ? ਚੰਦਨ ਦੀ ਸੁਗੰਧੀ ਨੂੰ ਜਿੱਧਰ ਨੂੰ ਹਵਾ ਚੱਲਦੀ ਆ ਦੂਰ ਤੱਕ ਬਖੇਰਦਾ ਹੈ। ਹਵਾ ਦਾ ਕੰਮ ਇਹ ਹੈ। ਸਿੱਖ ਹਵਾਵਾਂ ਨੇ, ਗੁਰੂ ਚੰਦਨ ਹੈ। ਹਵਾ ਦਾ ਕੰਮ ਹੈ, ਜਿੱਧਰ ਨੂੰ ਹਵਾ ਚੱਲਦੀ ਹੈ ਚੰਦਨ ਦੀ ਸੁਗੰਧੀ ਉਧਰ ਨੂੰ ਦੂਰ ਦੂਰ ਤੱਕ ਬਖੇਰ ਦਿੰਦੀ ਹੈ ਔਰ ਨੇੜੇ ਨੇੜੇ ਵਾਲੇ ਦਰਖਤਾਂ ਵਿੱਚ ਉਹ ਸੁਗੰਧੀ ਭਰ ਦਿੰਦੀ ਹੈ। ਗੁਰੂ ਚੰਦਨ ਰੂਪ ਹੈ। ਸਿੱਖਾਂ ਦਾ ਕੰਮ ਇਹ, ਸਿੱਖ ਹਵਾਵਾਂ ਬਣ ਕੇ ਗੁਰੂ ਦੇ ਗੁਣ ਆਪਣੇ ਜੀਵਨ ਵਿੱਚ ਪ੍ਰਗਟ ਕਰਕੇ ਫਿਰ ਉਹ ਗੁਰਸਿੱਖ ਜਿੱਧਰ ਜਿੱਧਰ ਨੂੰ ਜਾਂਦੇ ਆ ਗੁਰੂ ਦੇ ਨਾਮ ਦੀਆਂ ਬਖਸ਼ਿਸ਼ਾਂ ਖਿਲਾਰਦੇ ਜਾਂਦੇ ਆ। ਤਿਨਾਂ ਦੇਖ ਮਨ ਚਾਉ ਉਠੰਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੀਆਂ। ਇਸੇ ਕਰਕੇ ਤਾਂ ਰੱਬ ਉਹਨਾਂ ਨੂੰ ਵੇਖ ਕੇ ਯਾਦ ਆਉਂਦਾ ਹੈ, ਕਿਉਂਕਿ ਉਹ ਹਵਾਵਾਂ ਬਣ ਕੇ ਗੁਰੂ ਚੰਦਨ ਦੀਆਂ ਖੁਸ਼ਬੂਆਂ ਸੰਸਾਰ ਵਿੱਚ ਵੰਡ ਰਹੇ ਆ, ਗੁਰੂ ਦੇ ਗੁਣਾਂ ਦੀਆਂ ਖੁਸ਼ਬੂਆਂ ਦੁਨੀਆ ਵਿੱਚ ਵੰਡ ਰਹੇ ਆ। ਹੁਣ ਜਿਹਦੇ ਜਿਹਦੇ ਤੇ ਉਹ ਖੁਸ਼ਬੂ ਪੈਂਦੀ ਹੈ, ਜਿਹਨੂੰ ਜਿਹਨੂੰ ਉਸ ਖੁਸ਼ਬੂ ਸਪਰਸ਼ ਕਰਦੀ ਹੈ, ਫਿਰ ਉਹ ਹੱਥ ਜੋੜ ਕੇ ਪੁੱਛਦਾ, ਭਾਈ ਕਿਹਦਾ ਸਿੱਖ ਹੈ, ਕਿੱਥੋਂ ਆਇਆ, ਕਿਹਦੀ ਸਿੱਖਿਆ ਤੇਰੇ ਵਿੱਚ, ਤੇ ਸਾਡਾ ਵੀ ਭਲਾ ਕਰਦੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਹੈ ਭਾਈ ਕਲਿਆਣਾ। ਸੰਕੇਤ ਮੰਡੀ ਗਿਆ, ਉਥੋਂ ਦੇ ਰਾਜੇ ਦੇ ਹੁਕਮ ਅਨੁਸਾਰ ਉਸ ਦਿਨ ਵਰਤ ਹੈ। ਵਰਤ ਮਤਲਬ ਕਿਸੇ ਦੇ ਚੁੱਲ੍ਹੇ ਅੱਗ ਨਹੀਂ ਬਲੇਗੀ, ਕਿਸੇ ਨੇ ਕੁਝ ਖਾਣਾ ਨਹੀਂ ਹੈ, ਕਿਸੇ ਨੇ ਕੁਝ ਪੀਣਾ ਨਹੀਂ ਹੈ। ਚਲੋ ਉਹਨਾਂ ਦਾ ਧਰਮ ਮੁਬਾਰਕ, ਹੁਣ ਸਿੱਖ ਗਿਆ। ਗੁਰਮਤਿ ਦੇ ਅੰਦਰ ਵਰਤ ਜਾਂ ਕੁਝ ਇਹਨਾਂ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ। ਸਿੱਖ ਨੇ ਚੁੱਲ੍ਹੇ ਅੱਗ ਬਾਲੀ, ਆਪ ਭੋਜਨ ਤਿਆਰ ਕੀਤਾ। ਲੰਗਰ ਤਿਆਰ ਹੋਣ ਤੋਂ ਬਾਅਦ ਉੱਚੀ ਆਵਾਜ਼ ਦਿੱਤੀ, ਭਾਈ ਗੁਰੂ ਦਾ ਲੰਗਰ ਤਿਆਰ ਹੈ, ਜਿਹਨੂੰ ਲੋੜ ਹੈ ਛਕ ਲਓ। ਧੂਆਂ ਨਿਕਲਦਾ ਦੂਰ ਤੱਕ ਸਭ ਨੂੰ ਨਜ਼ਰ ਆਇਆ। ਬੜੀ ਹਾਹਾਕਾਰ ਮੱਚੀ। ਰਾਜੇ ਕੋਲ ਗੱਲ ਪਹੁੰਚੀ ਵੀ ਆ, ਆਹ ਕੌਣ ਅਜਨਬੀ ਆਇਆ, ਆਹ ਕੌਣ ਪਰਦੇਸੀ ਬੰਦਾ ਆਇਆ ਜਿਹਨੇ ਰਾਜੇ ਦੇ ਹੁਕਮਾਂ ਦੀ ਹੁਕਮ ਅਦੂਲੀ ਕੀਤੀ ਹੈ। ਰਾਜੇ ਦੇ ਪੇਸ਼ ਕੀਤਾ ਜਾਏ। ਰਾਜੇ ਦਾ ਹੁਕਮ ਸਿਪਾਹੀ ਲੈਣ ਵਾਸਤੇ ਆਏ, ਪੇਸ਼ ਕੀਤਾ। ਰਾਜਾ ਕਹਿੰਦਾ ਵੀ ਤੂੰ ਹੁਕਮ ਨਹੀਂ ਮੰਨਿਆ, ਹੁਕਮ ਅਦੂਲੀ ਕੀਤੀ ਤੇ ਤੂੰ ਸਾਡੇ ਅੱਜ ਇੱਥੇ ਵਰਤ ਰੱਖਿਆ ਤੇ ਸਾਡਾ ਧਰਮ ਦਾ ਕਰਮ ਜਿਹੜਾ ਤੂੰ ਭੰਗ ਕਰਕੇ ਰੱਖ ਦਿੱਤਾ, ਸਾਡੀ ਧਰਮ ਦੀ ਮਰਿਆਦਾ ਭੰਗ ਕਰ ਦਿੱਤੀ। ਭਾਈ ਕਲਿਆਣਾ ਜੀ ਕਹਿੰਦੇ, ਰਾਜਨ ਕਿਹੜੇ ਧਰਮ 'ਚ ਲਿਖਿਆ ਜਾਂ ਕਿਹੜਾ ਤੈਨੂੰ ਇਹ ਫਲਸਫਾ ਸਿਧਾਂਤ ਕਹਿ ਰਿਹਾ ਕਿ ਇੱਕ ਦਿਨ ਵਰਤ ਰੱਖਣ ਨਾਲ ਰੱਬ ਮਿਲ ਜਾਂਦਾ ਹੈ? ਸਰੀਰ ਦੀ ਇਸ ਮਸ਼ੀਨਰੀ ਨੂੰ ਤਾਂ ਰਾਹਤ ਮਿਲ ਸਕਦੀ ਹੈ। ਇਹ ਤਾਂ ਡਾਕਟਰ ਵੀ ਕਹਿੰਦੇ ਆ ਇੱਕ ਦਿਨ ਨਾ ਖਾਓ ਤਾਂ ਚੰਗਾ, ਨਹੀਂ ਹਲਕਾ ਫੁਲਕਾ ਖਾਓ ਤਾਂ ਕਿ ਅੰਦਰ ਮਸ਼ੀਨਰੀ ਨੂੰ ਆਰਾਮ ਮਿਲ ਜਾਏ। ਸਰੀਰ ਨੂੰ ਤਾਂ ਤਨ ਨੂੰ ਤਾਂ ਕੋਈ ਫਾਇਦਾ ਹੋ ਸਕਦਾ, ਪਰ ਇੱਕ ਦਿਨ ਭੁੱਖੇ ਰਹਿਣ ਨਾਲ ਰੱਬ ਮਿਲ ਜਾਏ, ਇਹ ਮੇਰੀ ਗੱਲ ਸਮਝ ਨਹੀਂ ਆ ਰਹੀ, ਸਮਝਾ ਦਿਓ। ਉਹ ਕਹਿੰਦੇ ਵੀ ਰੱਬ ਮਿਲੇ ਨਾ ਮਿਲੇ ਤਾਂ ਸਾਨੂੰ ਕੋਈ ਪਤਾ ਨਹੀਂ, ਪਰ ਸਾਡੇ ਇੱਥੇ ਧਰਮ ਦਾ ਨਿਯਮ ਇਹ ਚੱਲਦਾ ਆ ਰਿਹਾ। ਉਹ ਕਹਿੰਦਾ ਤੂੰ ਕਿਹਨੂੰ ਮੰਨਦਾ ਹੈ?
ਉਹਨੇ ਜੇਲ੍ਹ 'ਚ ਪਾਇਆ, ਕੈਦਖਾਨੇ ਪਾਇਆ, ਪਰ ਸਿੱਖ ਨੂੰ ਕੋਈ ਪਰਵਾਹ ਨਹੀਂ। ਉਹ ਜਿਵੇਂ ਬਾਹਰ ਗੁਰਬਾਣੀ ਪੜ੍ਹ ਰਿਹਾ, ਉਵੇਂ ਜੇਲ੍ਹ ਵਿੱਚ ਬੈਠਾ ਬਾਣੀ ਪੜ੍ਹ ਰਿਹਾ, ਉਵੇਂ ਰੱਬ ਦੇ ਸੋਲੇ ਉੱਥੇ ਗਾ ਰਿਹਾ, ਕਿਉਂਕਿ ਹੁਣ ਗੁਰੂ ਦੀ ਸਿੱਖਿਆ ਅੰਦਰ ਵਸੀ ਹੋਈ ਹੈ, ਗੁਰੂ ਦੇ ਗੁਣ ਅੰਦਰ ਵਸੇ ਹੋਏ ਹੈ। ਗੁਰੂ ਨਿਰਭਉ ਵੀ ਹੈ। ਜਦੋਂ ਨਿਰਭਉ ਦਾ ਗੁਣ ਤੁਹਾਡੇ ਅੰਦਰ ਵਸ ਗਿਆ, ਤੁਸੀਂ ਕਿਸੇ ਰਾਜੇ ਦੀ ਪਰਵਾਹ ਨਹੀਂ ਕਰੋਗੇ, ਕਿਸੇ ਦਾ ਕੋਈ ਡਰ ਨਹੀਂ ਸਤਾਉਂਦਾ ਉੱਥੇ। ਤੇ ਜਦੋਂ ਐਡੀ ਵਿਸ਼ਾਲਤਾ ਦੇ ਵਿੱਚ, ਐਡੀ ਦਇਆਲਤਾ ਦੇ ਵਿੱਚ ਉਸ ਸਿੱਖ ਨੂੰ ਐਡੀ ਬੇਪਰਵਾਹੀ ਵਿੱਚ ਵੇਖਿਆ, ਰਾਜੇ ਨੇ ਦੁਬਾਰਾ ਸੱਦ ਕੇ ਪੁੱਛਿਆ, ਤੂੰ ਸਿੱਖ ਕਿਹਦਾ, ਤੂੰ ਚੇਲਾ ਕਿਹਦਾ, ਕਿਹਨੂੰ ਮੰਨਦਾ? ਐਡੀ ਬੇਪਰਵਾਹੀ, ਤੈਨੂੰ ਨਾ ਮੇਰਾ ਡਰ, ਨਾ ਮੇਰੀ ਸਜ਼ਾ ਦਾ ਡਰ, ਨਾ ਤੈਨੂੰ ਹਵਾਲਾਤਾਂ ਦਾ ਡਰ। ਉਹ ਕਹਿੰਦਾ ਅਸੀਂ ਕੇਵਲ ਅਕਾਲ ਪੁਰਖ ਤੋਂ ਡਰਦੇ ਹਾਂ, ਕਿਸੇ ਹੋਰ ਤੋਂ ਨਹੀਂ। ਉਹ ਵੀ ਡਰ ਸਾਡੇ ਅਦਬ ਦਾ ਡਰ ਹੈ, ਸਤਿਕਾਰ ਦਾ ਡਰ ਹੈ, ਇੱਕ ਪ੍ਰੇਮ ਦਾ ਡਰ ਹੈ ਉਹ। ਕਿਉਂਕਿ ਜਿਹਦਾ ਮਨ ਵਿੱਚ ਡਰ ਹੋਏਗਾ, ਸਤਿਕਾਰ ਪਿਆਰ ਵੀ ਉਹਦਾ ਹੀ ਹੋਏਗਾ। ਜਿਹਦਾ ਮਨ ਵਿੱਚ ਪਿਆਰ ਸਤਿਕਾਰ ਹੋਏਗਾ, ਡਰ ਵੀ ਮਨ ਵਿੱਚ ਉਸੇ ਦਾ ਹੋਏਗਾ। ਇਹ ਦੋਵੇਂ ਗੱਲਾਂ ਆਪਸ ਵਿੱਚ ਜੁੜੀਆਂ ਨੇ। ਤੇ ਉਸ ਰਾਜਨ ਨੇ ਪੁੱਛਿਆ ਵੀ ਗੁਰੂ ਦਾ ਨਾਮ ਦੱਸਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਿੱਥੇ ਰਹਿੰਦੇ ਨੇ? ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ। ਸਾਡੇ ਗੁਰੂ ਨੇ ਤਾਂ ਸਿਖਾਇਆ ਕਿ ਤੇਰੇ ਕਰਮਾਂ ਵਿੱਚੋਂ ਗੁਰੂ ਦੀ ਸਿੱਖਿਆ, ਗੁਰੂ ਦੀ ਮੂਰਤ ਝਲਕਣੀ ਚਾਹੀਦੀ ਹੈ, ਜਿਵੇਂ ਇੱਕ ਪੱਥਰ ਵਿੱਚੋਂ ਮੂਰਤ ਝਲਕ ਰਹੀ ਹੈ। ਜਦੋਂ ਗੁਰੂ ਦੇ ਗੁਣ ਤੇਰੇ ਜੀਵਨ 'ਚ ਪ੍ਰਗਟ ਹੋ ਗਏ ਤਾਂ ਤੇਰੇ ਜੀਵਨ ਵਿੱਚੋਂ ਗੁਰੂ ਦੀ ਸਿੱਖਿਆ ਨਜ਼ਰ ਆਏਗੀ, ਤੇਰੇ ਜੀਵਨ ਵਿੱਚੋਂ ਗੁਰੂ ਨਜ਼ਰ ਆਏਗਾ, ਤੈਨੂੰ ਵੇਖ ਕੇ ਹਰ ਇੱਕ ਨੂੰ ਗੁਰੂ ਯਾਦ ਆਏਗਾ। ਇਦਾਂ ਦਾ ਜੀਵਨ ਹੋਵੇ। ਅੱਜ ਭਾਈ ਕਲਿਆਣੇ ਨੂੰ ਪੁੱਛ ਰਿਹਾ, ਤੇਰੇ ਗੁਰੂ ਕੋਲ ਮੈਨੂੰ ਵੀ ਲੈ ਕੇ ਚੱਲ। ਅੱਜ ਉਹ ਰਾਜਾ ਸੰਕੇਤ ਮੰਡੀ ਦਾ ਭਾਈ ਕਲਿਆਣੇ ਨਾਲ ਗੁਰੂ ਸਾਹਿਬ ਕੋਲ ਗਿਆ, ਦਰਸ਼ਨ ਕੀਤੇ, ਨਮਸਕਾਰ ਕੀਤੀ। ਸਤਿਗੁਰੂ ਪਾਤਸ਼ਾਹ ਨੇ ਕਿਹਾ, ਭਾਈ ਰਾਜੇ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਰਾਜੇ ਦਾ ਕੰਮ ਲੋਕਾਂ ਨੂੰ ਡਰਾਉਣਾ ਨਹੀਂ, ਰਾਜੇ ਦਾ ਕੰਮ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਪਾਉਣਾ ਨਹੀਂ, ਰਾਜੇ ਦਾ ਕੰਮ ਕੋਈ ਮਨਮਤ ਦਾ ਫਲਾਹ ਕਰਨਾ ਨਹੀਂ। ਰਾਜਾ ਇੱਕ ਉਸ ਲੋਕਾਂ ਦੇ ਉੱਥੋਂ ਦੀ ਪ੍ਰਜਾ ਦਾ ਮਾਂ ਬਾਪ ਹੁੰਦਾ ਹੈ, ਤੇ ਉਹ ਪ੍ਰਜਾ ਸਾਰੀ ਔਲਾਦ ਹੁੰਦੀ ਆ। ਕੋਈ ਵੀ ਮਾਪਾ ਆਪਣੇ ਬੱਚਿਆਂ ਨੂੰ ਗਲਤ ਰਸਤੇ ਤੇ ਨਹੀਂ ਤੁਰਨ ਦਿੰਦਾ। ਬੜੀ ਉੱਚ ਪਾਏ ਦੀ ਪਾਤਸ਼ਾਹ ਨੇ ਸਿੱਖਿਆ ਦਿੱਤੀ, ਔਰ ਉਹੀ ਨਾਮ ਦੀ ਦਾਤ ਉਸ ਰਾਜੇ ਨੂੰ ਦੇ ਦਿੱਤੀ ਜਿਹੜੀ ਭਾਈ ਕਲਿਆਣੇ ਹੋਣਾ ਨੂੰ ਦਿੱਤੀ। ਮਾਰੇ ਕਹਿੰਦੇ ਇਸ ਨਾਮ ਦਾ ਚਿੰਤਨ ਕਰ। ਨਾਮ ਦਾ ਚਿੰਤਨ ਕਰਦਿਆਂ ਕਰਦਿਆਂ ਤੇਰੇ ਅੰਦਰੋਂ ਵੀ ਗੁਰੂ ਤੇ ਰੱਬ ਦੇ ਗੁਣ ਪੈਦਾ ਹੋ ਜਾਣਗੇ। ਜਦੋਂ ਤੇਰੇ ਜੀਵਨ ਵਿੱਚੋਂ ਰੱਬ ਗੁਰੂ ਦੇ ਗੁਣ ਪੈਦਾ ਹੋ ਗਏ, ਫਿਰ ਸਾਰਿਆਂ ਵਿੱਚ ਤੈਨੂੰ ਰੱਬ ਤੇ ਗੁਰੂ ਨਜ਼ਰ ਆਉਣ ਲੱਗ ਪਏਗਾ। ਤੇਰੀ ਦ੍ਰਿਸ਼ਟੀ ਬੜੀ ਵਿਸ਼ਾਲ ਹੋ ਜਾਏਗੀ। ਤੋ ਸਤਿਗੁਰੂ ਪਾਤਸ਼ਾਹ ਨੇ ਕਿਹਾ ਕਿ ਭਾਈ ਇਹ ਸਰੀਰ ਜਿਹੜਾ ਹੈ ਇਹ ਵੀ ਧਰਤੀ ਹੈ। ਧੰਨ ਧੰਨ ਸੋ ਸੁਹਾਵਾ ਸਰੀਰ ਥਾਨ ਹੈ। ਜਿੱਥੇ ਮੇਰਾ ਗੁਰ ਧਰੇ ਵੇਖਾ, ਪਹਿਲਾਂ ਉਹਨੂੰ ਸਜਾਉਣ ਲਈ ਘਾੜਤ ਘੜਨੀ ਪਏਗੀ। ਜਿੱਥੇ ਗੁਰੂ ਨੇ ਆਉਣਾ ਘਾੜਤ ਤਾਂ ਘੜਨੀ ਪਏਗੀ ਨਾ। ਕਿਤੇ ਰਾਜੇ ਨੇ ਆਉਣਾ ਹੋਵੇ, ਉਸ ਸ਼ਹਿਰ ਇਲਾਕੇ ਨੂੰ ਸਜਾਇਆ ਜਾਂਦਾ ਹੈ। ਗੁਰੂ ਨੇ ਆਉਣਾ, ਇਹ ਸਰੀਰ ਧਰਤੀ ਨੂੰ ਸਜਾਉਣਾ ਪਏਗਾ, ਇਹਦੀ ਘਾੜਤ ਘੜਨੀ ਪਏਗੀ। ਤੇ ਕਿਉਂਕਿ ਘਾੜਤ ਇਸ ਕਰਕੇ ਤੇਰੇ ਕਰਮ ਨੇ ਹੀ ਕਰਮਖੰਡ ਬਣਨਾ। ਕਰਮਾਂ ਦੇ ਵਿੱਚੋਂ ਗੁਰੂ ਦੀ ਸਿੱਖਿਆ ਨੇ ਝਲਕਣਾ। ਜੇ ਕਰਮ ਗੁਰੂ ਅਨੁਸਾਰ ਨਾ ਹੋਏ, ਗੁਰੂ ਮੁਤਾਬਕ ਨਾ ਹੋਏ, ਫਿਰ ਤੇਰੇ ਕਰਮ ਖੰਡ ਨੇ ਸੱਚਖੰਡ ਨਹੀਂ ਬਣਨਾ। ਸੱਚਖੰਡ ਬਣਨ ਵਾਸਤੇ ਤੇਰੇ ਕਰਮਖੰਡ ਵਿੱਚ ਇੱਕ ਘਾੜਤ ਜ਼ਰੂਰੀ ਹੈ, ਕਿਉਂਕਿ ਤੇਰਾ ਜੀਵਨ ਕਰਮਖੰਡ ਵਿੱਚ ਹੈ। ਜਦੋਂ ਬਖਸ਼ਿਸ਼ ਦੇ ਘਰ ਵਿੱਚ ਆ ਗਿਆ, ਅਨੂਪ ਘਾੜਤ ਘੜੀ ਗਈ, ਫਿਰ ਇਸ ਕਰਮਖੰਡ ਵਿੱਚੋਂ ਨਿਕਲ ਕੇ ਸੱਚਖੰਡ ਵਿੱਚ ਆਏਗਾ। ਪਹਿਲਾਂ ਘਾੜਤ ਘੜੀ ਗਈ ਸੁਰਤ ਦੀ, ਸੁਰਤ ਤੋਂ ਬਾਅਦ ਮਤ ਦੀ ਘਾੜਤ, ਫਿਰ ਸਤਿਗੁਰੂ ਕਹਿੰਦੇ ਆ ਸੁਰਤ ਮਤ ਮਨ ਬੁੱਧ, ਫਿਰ ਮਨ ਦੀ ਘਾੜਤ, ਫਿਰ ਬੁੱਧੀ ਦੀ ਘਾੜਤ। ਇਹ ਅਨੂਪ ਘਾੜਤ ਤੋਂ ਬਾਅਦ ਫਿਰ ਤੂੰ ਸੱਚਖੰਡ ਵੱਲ ਵੱਧ ਰਿਹਾ ਹੈ। ਤਾਂ ਸਤਿਗੁਰੂ ਕਹਿੰਦੇ ਨੇ ਅੱਜ, ਕਿਉਂਕਿ ਜਿਹੜੀ ਪੌੜੀ ਅਸੀਂ ਕੱਲ ਵਿਚਾਰੀ, ਇਹਦੇ ਵਿੱਚ ਵੀ ਮਹਾਰਾਜ ਨੇ ਕਿਹਾ ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਟਕਸਾਲ ਉਹਨੂੰ ਕਹਿੰਦੇ ਨੇ ਜਿੱਥੇ ਕੁਛ ਘੜਿਆ ਜਾ ਰਿਹਾ ਹੋਵੇ, ਜਿੱਥੇ ਕਰੰਸੀ ਘੜੀ ਜਾਂਦੀ ਆ ਉਹਨੂੰ ਵੀ ਟਕਸਾਲ ਕਿਹਾ ਜਾਂਦਾ। ਪੁਰਾਣੇ ਸਮਿਆਂ 'ਚ ਸਿੱਕੇ ਚੱਲਦੇ ਸਨ, ਜਿੱਥੇ ਸਿੱਕੇ ਘੜੇ ਜਾਂਦੇ ਸੀ ਉਹਨੂੰ ਵੀ ਟਕਸਾਲ ਕਿਹਾ ਜਾਂਦਾ ਹੈ। ਅੱਜ ਸਾਡੀ ਸਿੱਖ ਸੰਪਰਦਾ ਦੇ ਅੰਦਰ ਵੀ ਬੜੀਆਂ ਨਾਮਵਰ ਪੰਥ ਪ੍ਰਵਾਨਿਤ ਟਕਸਾਲਾਂ ਨੇ, ਜਿੱਥੇ ਪਤਾ ਹੀ ਨਹੀਂ ਕਿੰਨੇ ਕੁ ਜੀਵਨ ਘੜੇ ਗਏ, ਕਿੰਨੀਆਂ ਕੁ ਜ਼ਿੰਦਗੀਆਂ ਘੜੀਆਂ ਗਈਆਂ। ਅੱਜ ਉਹ ਮਨੁੱਖਤਾ ਦੇ ਜੀਵਨ ਘੜਨ ਵਾਲੇ ਹੋ ਗਏ। ਗੁਰੂ ਦੇ ਉਪਦੇਸ਼ ਨਾਲ, ਪਹਿਲਾਂ ਸ਼ਬਦ ਨਾਲ ਆਪਣੇ ਜੀਵਨ ਨੂੰ ਘੜਿਆ, ਅੱਜ ਉਹ ਸ਼ਬਦ ਦਾ ਹੋਕਾ ਪੂਰੇ ਸੰਸਾਰ ਵਿੱਚ ਦੇ ਕੇ ਪੂਰੇ ਸੰਸਾਰ ਨੂੰ ਘੜਨ ਲਈ ਸਤਿਗੁਰੂ ਤੋਂ ਆਗਿਆ ਲੈ ਕੇ ਤੁਰੇ ਹੋਏ ਨੇ। ਤੋਂ ਮਹਾਰਾਜ ਕਹਿੰਦੇ ਘੜੀਆ ਸ਼ਬਦ ਸੱਚੀ ਟਕਸਾਲ। ਹੁਣ ਇੱਥੇ ਇੱਕ ਗੱਲ ਇੱਕ ਸਮਝ ਕੇ ਜਾਇਓ ਵੀ ਸ਼ਬਦ ਨੂੰ ਘੜਨਾ ਕਿ ਜੀਵਨ ਨੂੰ ਘੜਨਾ। ਕਈ ਵਾਰ ਇਦਾਂ ਦੇ ਅਰਥ ਵੀ ਹੋ ਜਾਂਦਾ ਵੀ ਉਹ ਟਕਸਾਲ ਜਿੱਥੇ ਸ਼ਬਦ ਘੜਿਆ ਜਾਂਦਾ ਹੈ,
ਰੱਬ ਦੇ ਘਰ ਤੋਂ ਆਏ ਹੋਏ ਸ਼ਬਦ ਕੀ ਘੜਾਂਗੇ ਅਸੀਂ? ਗੁਰੂ ਨਾਨਕ ਸਾਹਿਬ ਕਹਿੰਦੇ ਤਾਂ ਮੈਂ ਵੀ ਨਹੀਂ ਘੜ, ਨਾ ਸ਼ਬਦ ਮੇਰੇ ਨੇ, ਜੇ ਸ਼ਬਦ ਮੇਰੇ ਹੁੰਦੇ ਫਿਰ ਮੈਂ ਤਾਂ ਕਈ ਵਾਰ ਮਾਤਾ ਸੁਲੱਖਣੀ ਨਾਲ ਵੀ ਗੱਲਾਂ ਕਰਦਾ ਰਿਹਾ, ਕਈ ਵਾਰ ਆਪਣੀ ਮਾਂ ਤ੍ਰਿਪਤਾ ਨਾਲ ਗੱਲਾਂ ਕਰਦਾ ਰਿਹਾ, ਕਈ ਵਾਰ ਬੇਬੇ ਨਾਨਕੀ ਨਾਲ ਗੱਲਾਂ ਕਰਦਾ ਰਿਹਾ, ਭਾਈਆ ਜੈਰਵ ਨਾਲ ਗੱਲਾਂ ਕਰਦਾ ਰਿਹਾ, ਮੈਂ ਤਾਂ ਕਲਿਆਣ ਦਾਸ ਨਾਲ ਗੱਲਾਂ ਕਰਦਾ ਰਿਹਾ, ਮੈਂ ਤੇ ਭਾਈ ਮਰਦਾਨਾ ਕਈ ਵਾਰ ਆਮ ਗੱਲਾਂ ਵੀ ਘਰ ਪਰਿਵਾਰ ਦੀਆਂ ਕਰਦੇ ਰਹੇ ਆ। ਜੇ ਇਹ ਸ਼ਬਦ ਮੇਰੇ ਹੀ ਹੁੰਦੇ ਫਿਰ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਜਾਣੇ ਸੀ। ਇਹ ਸ਼ਬਦ ਧੁਰ ਕੀ ਬਾਣੀ ਆਈ, ਪਰਮਾਤਮਾ ਦੇ ਘਰ ਤੋਂ ਆਏ ਨੇ। ਜਦੋਂ ਆਉਂਦੇ ਨੇ ਉਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਮਰਦਾਨਿਆਂ ਰਵਾਬ ਛੇੜ, ਬਾਣੀ ਆਈ ਹੈ, ਕਾਈ ਸਿਫਤ ਖੁਦਾਏ ਦੇ ਦੀਦਾਰ ਦੀ ਕਰੀਏ। ਚੱਲ ਰਲ ਮਿਲ ਕੇ ਉਸ ਖੁਦਾ ਦਾ ਦੀਦਾਰ ਕਰੀਏ। ਬਾਣੀ ਆਈ ਹੈ, ਇਸ ਬਾਣੀ ਨੂੰ ਗਾ ਕੇ ਉਸ ਰੱਬ ਨਾਲ ਜੁੜੀਏ। ਕੋਈ ਵਿਸ਼ੇਸ਼ ਵੱਖਰਾ ਇੱਕ ਕੋਈ ਸਮਾਂ ਆਉਂਦਾ ਹੈ, ਹਰ ਵੇਲੇ ਨਹੀਂ, ਕੋਈ ਸਮਾਂ ਆਉਂਦਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਉਦੋਂ ਇਹ ਬਾਣੀ ਆਉਂਦੀ ਹੈ। ਸਤਿਗੁਰੂ ਰਾਗ ਦੇ ਨਾਲ ਲਾ ਕੇ ਗਾਉਂਦੇ ਆ, ਗਾਉਣ ਤੋਂ ਬਾਅਦ ਲਿਖਦੇ ਆ, ਲਿਖਣ ਤੋਂ ਬਾਅਦ ਅੱਜ ਉਹ ਸਾਰਾ ਖਜ਼ਾਨਾ ਸਾਡੇ ਕੋਲ ਹੈ। ਘੜੀਆ ਸ਼ਬਦ ਸੱਚੀ ਟਕਸਾਲ। ਸਤਿਗੁਰੂ ਕਹਿੰਦੇ ਨੇ ਪਹਿਲਾਂ ਹੀ ਇਹ ਸ਼ਬਦ ਪ੍ਰਮਾਤਮਾ ਦੇ ਘੜੇ ਹੋਏ ਨੇ, ਤੋ ਉਹਨਾਂ ਘੜੇ ਹੋਏ ਸ਼ਬਦ ਨੇ ਜੀਵਨ ਨੂੰ ਘੜਨਾ ਹੈ। ਯਾਦ ਰੱਖਣਾ ਕਿ ਤੁਹਾਨੂੰ ਇਹ ਸ਼ਬਦ ਦੀ ਤਾਕਤ ਗੁਰੂ ਸਾਹਿਬ ਨੇ, ਮੈਂ ਆਮ ਤੁਸੀਂ ਵੇਖੋ ਸੰਸਾਰ ਵਿੱਚ ਤੁਹਾਨੂੰ ਗਿਫਟ ਬੜੇ ਦਿੰਦੇ ਹੋਣੇ ਆ ਲੋਕ, ਇੱਕ ਦੂਜੇ ਤੋਂ ਗਿਫਟ ਲੈਂਦੇ ਦਿੰਦੇ ਹੋ ਨਾ। ਕੋਈ ਵੀ ਗਿਫਟ ਸਦੀਵ ਕਾਲ ਨਾਲ ਨਿਭਣ ਵਾਲਾ ਨਹੀਂ, ਕੋਈ ਵੀ ਗਿਫਟ ਸਦੀਵ ਕਾਲ ਸਾਨੂੰ ਰਹਿ ਦੇਣ ਵਾਲਾ ਨਹੀਂ, ਕੋਈ ਵੀ ਗਿਫਟ ਸਾਨੂੰ ਸਦੀਵ ਕਾਲ ਕੋਈ ਆਸਰਾ ਦੇਣ ਵਾਲਾ ਨਹੀਂ, ਕੋਈ ਵੀ ਗਿਫਟ ਸਾਡਾ ਹਰ ਵੇਲੇ ਸਹਾਈ ਨਹੀਂ, ਔਰ ਕਿਸੇ ਵੀ ਗਿਫਟ ਦੀ ਇਹ ਗਰੰਟੀ ਨਹੀਂ ਹੈ ਕਿ ਉਹ ਸਾਡੇ ਮਰਨ ਤੋਂ ਬਾਅਦ ਵੀ ਨਾਲ ਜਾਵੇ। ਦੁਨੀਆ ਗਿਫਟ ਬਹੁਤ ਦਿੰਦੀ ਹੈ। ਯਾਦ ਰੱਖੋ ਸਿੱਖਾ, ਗਿਫਟ ਤੈਨੂੰ ਗੁਰੂ ਨੇ ਵੀ ਦਿੱਤਾ ਹੈ। ਗੁਰੂ ਵੀ ਗਿਫਟ ਦਿੰਦਾ ਆਪਣੇ ਸਿੱਖਾਂ ਨੂੰ। ਇੱਥੇ ਵੀ ਗਿਫਟ ਦਿੱਤਾ ਜਾਂਦਾ। ਉਹ ਗਿਫਟ ਕੀ ਹੈ? ਗੁਰ ਕਾ ਬਚਨ ਬਸੈ ਜੀ ਨਾਲੇ। ਉਹ ਬਚਨ ਤੈਨੂੰ ਗਿਫਟ ਰੂਪ ਵਿੱਚ ਦਿੱਤਾ ਹੈ। ਔਰ ਇਹ ਬਚਨ ਦੀ ਤਾਕਤ, ਇਸ ਗਿਫਟ ਦੀ ਖਾਸੀਅਤ ਕੀ ਹੈ? ਸਤਿਗੁਰੂ ਕਹਿੰਦੇ ਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਕੈ ਜਾਲੇ। ਇਸ ਗਿਫਟ ਨੇ ਨਾ ਸੜਨਾ, ਨਾ ਪਾਣੀ 'ਚ ਡੁੱਬਣਾ, ਨਾ ਕੋਈ ਚੁਰਾ ਸਕਦਾ। ਔਰ ਇਸ ਸ਼ਬਦ ਦੇ ਗਿਫਟ ਦੀ ਇੱਕ ਖਾਸੀਅਤ ਹੈ, ਲੋਕ ਵਿੱਚ ਵੀ ਨਾਲ, ਪਰਲੋਕ ਵਿੱਚ ਵੀ ਨਾਲ। ਇਹ ਸ਼ਬਦ ਕੋਲ ਹੋਏਗਾ ਤੂੰ ਕੱਲਾ ਨਹੀਂ ਕਦੇ ਹੋਊਗਾ, ਆਦ ਅੰਤ ਤੇਰਾ ਸਹਾਈ ਹੈ ਇਹ ਸ਼ਬਦ। ਗੁਰੂ ਨੇ ਐਸੀ ਬਖਸ਼ਿਸ਼ ਕੀਤੀ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਇਹ ਆਸਰਾ ਦੇਣ ਵਾਲਾ ਸ਼ਬਦ ਹੈ। ਇਹ ਤੈਨੂੰ ਜਿਹੜਾ ਗਿਫਟ ਦਿੱਤਾ, ਭਵਜਲ ਤੋਂ ਪਾਰ ਕਰਨ ਵਾਲਾ ਗਿਫਟ ਹੈ। ਗੁਰੂ ਕਾ ਬਚਨ ਜਿਹੜਾ ਹੈ, ਇਹਨੂੰ ਆਪਣੇ ਜੀਵਨ ਦੇ ਵਿੱਚ ਵਸਾ, ਕਿਉਂਕਿ ਯਾਦ ਰੱਖ, ਇਸ ਬਚਨ, ਇਸ ਸ਼ਬਦ ਨੇ ਤੇਰੇ ਜੀਵਨ ਦੀ ਘਾਟ ਕੱਢਣੀ ਆ। ਘੜੀਆ ਸ਼ਬਦ ਸੱਚੀ ਟਕਸਾਲ, ਇਸ ਸ਼ਬਦ ਨੇ ਤੇਰੇ ਜੀਵਨ ਦੀ ਘਾਟ ਕੱਢਣੀ ਹੈ। ਔਰ ਇੰਨੀ ਸੋਹਣੀ ਘਾਟ ਕੱਢੇਗਾ, ਤੇਰਾ ਜੀਵਨ ਗੁਰੂ ਘਰ, ਰੱਬ ਦੇ ਘਰ ਪ੍ਰਵਾਨ ਹੋ ਜਾਏਗਾ। ਇਹ ਸ਼ਬਦ ਦੀ ਘਾਟ ਸੱਜਣ ਠੱਗ ਦੀ ਵੀ ਇਸੇ ਸ਼ਬਦ ਨੇ ਘਾਟ ਕੱਢੀ, ਭੂਮੀਏ ਚੋਰ ਦੀ ਇਸ ਸ਼ਬਦ ਨੇ ਘਾਟ ਕੱਢੀ, ਵਲੀ ਕੰਧਾਰੀ ਦੀ ਇਸ ਸ਼ਬਦ ਨੇ ਘਾਟ ਕੱਢੀ। ਸਤਿਗੁਰੂ ਕਹਿੰਦੇ, ਕਿੰਨਿਆਂ ਕਦੇ ਨਾਮ ਲਵਾਂ, ਜਿਹਦੇ ਜਿਹਦੇ ਜੀਵਨ ਦੀ ਸ਼ਬਦ ਨੇ ਘਾਟ ਕੱਢੀ। ਬਲਕਿ ਕਹਿ ਦਿੱਤਾ ਕਿ ਇਹ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿੱਤ ਵੀ ਸ਼ਬਦ ਕਰਕੇ, ਔਰ ਜਿੰਨੇ ਲੋਕ 2.5 ਕਰੋੜ ਦੇ ਕਰੀਬ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸਿੱਖ ਬਣਾਇਆ। ਕਿਉਂਕਿ ਸਿੱਖ ਧਰਮ ਦੀ ਆਰੰਭਤਾ ਤਾਂ ਗੁਰੂ ਨਾਨਕ ਸਾਹਿਬ ਨਾਲ ਹੁੰਦੀ ਹੈ, ਉਸ ਤੋਂ ਪਹਿਲਾਂ ਸਿੱਖ ਧਰਮ ਨਹੀਂ। ਪਰ ਜੇ 2.5 ਕਰੋੜ ਬੰਦਾ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਿਆ, ਤਾਂ ਉਹਨਾਂ ਸਾਰਿਆਂ ਦੀ ਘਾਟ ਸ਼ਬਦ ਨਾਲ ਹੀ ਹੋਈ ਹੈ। ਸ਼ਬਦ ਦੇ ਬਾਣ ਚੱਲੇ ਤਾਂ ਸਾਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਉਹ ਗੁਰੂ ਵਾਲੇ ਪਰਮਾਤਮਾ ਵਾਲੇ ਹੋ ਗਏ ਤੇ ਇਨਸਾਨ, ਤੇਰਾ ਜੀਵਨ ਸ਼ਬਦ ਨੇ ਘੜਨਾ। ਪਰ ਕਈ ਵਾਰ ਇਨਸਾਨ ਪੱਥਰਾਂ ਤੋਂ ਕਢਾਉਣਾ ਚਾਹੁੰਦਾ ਹੈ। ਪੱਥਰ ਤਾਂ ਆਪ ਕਹਿੰਦਾ ਮੈਨੂੰ ਘੜ, ਉਹ ਤਾਂ ਆਪ ਕਿਸੇ ਦਾ ਮੁਤਾਜ ਹੈ। ਪਰ ਤੇਰਾ ਜੀਵਨ ਪੱਥਰ ਨੇ ਕੀ ਘੜਨਾ? ਚਲੋ ਅਸੀਂ ਪਾਲਕੀ ਸਾਹਿਬ ਕਈ ਵਾਰ ਪੱਥਰ ਦੀ ਬਣਾਉਂਦੇ ਹਾਂ, ਬੜੀ ਸੋਹਣੀ ਬਣਾਉਂਦੇ ਹਾਂ। ਕੱਲ ਕੋਈ ਤੁਹਾਨੂੰ ਕਹਿ ਸਕਦਾ ਵੀ ਤੁਹਾਡੇ ਵੀ ਤਾਂ ਪੱਥਰ ਦੀ ਪਾਲਕੀ ਆ, ਪਰ ਨਹੀਂ, ਉਸ ਪਾਲਕੀ ਵਿੱਚ ਕੋਈ ਬੋਲ ਰਿਹਾ, ਠਾਕੁਰ ਮੇਰਾ ਸਦ ਬੋਲੰਤਾ। ਉਸ ਪਾਲਕੀ ਵਿੱਚੋਂ ਬੋਲ ਕੌਣ ਰਿਹਾ? ਉਹ ਸ਼ਬਦ ਹੀ ਨੇ। ਜਿਹੜੇ ਉਹ ਬੋਲ ਨੇ, ਉਹ ਸ਼ਬਦ ਨੇ। ਅੱਜ ਕਥਾ ਰਾਹੀਂ ਵੀ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ, ਇਹ ਬੋਲ ਤੇ ਇਹ ਸ਼ਬਦ ਨੇ। ਇਹਨਾਂ ਸ਼ਬਦਾਂ ਦੀ ਘਾਟ, ਕਈ ਲੋਕ ਕਹਿੰਦੇ ਜੀ ਕਥਾ ਸੁਣ ਸੁਣ ਕੇ ਮੇਰਾ ਜੀਵਨ ਬਦਲ ਗਿਆ। ਹੁਣ ਸ਼ਬਦ ਨਹੀਂ ਘਾਟ ਘੜੀ, ਸ਼ਬਦ ਸੁਣ ਸੁਣ ਕੇ ਕੋਈ ਨਸ਼ਾ ਛੱਡ ਗਿਆ, ਕਿਸੇ ਨੇ ਦਾੜੀ ਕੇਸ ਰੱਖ ਲਏ,
ਇਹ ਸ਼ਬਦ ਸੁਣ ਸੁਣ ਕੇ ਕੋਈ ਗੁਰੂ ਵਾਲਾ ਹੋ ਗਿਆ। ਇਹ ਸ਼ਬਦ ਸੁਣ ਸੁਣ ਕੇ ਕਿਸੇ ਦਾ ਗੁਰੂ ਨਾਲ ਪ੍ਰੇਮ ਇੰਨਾ ਹੋ ਗਿਆ, ਉਹ ਜਪਜੀ ਸਾਹਿਬ ਨਹੀਂ ਸੀ ਪੜ੍ਹਦਾ, ਜਪਜੀ ਸਾਹਿਬ ਪੜ੍ਹਨ ਲੱਗ ਪਿਆ। ਉਹ ਬਾਣੀ ਨਹੀਂ ਸੀ ਪੜ੍ਹਦਾ, ਬਾਣੀ ਪੜ੍ਹਨ ਲੱਗ ਪਿਆ। ਉਹ ਗੁਰੂ ਘਰ ਨਹੀਂ ਸੀ ਆਉਂਦਾ, ਗੁਰੂ ਘਰ ਆਉਣ ਲੱਗ ਪਿਆ। ਉਹ ਸੇਵਾ ਨਹੀਂ ਸੀ ਕਰਦਾ, ਉਹ ਸੇਵਾ ਕਰਨ ਲੱਗ ਪਿਆ। ਇਹ ਸਾਰੀ ਰਹਿਮਤ ਸ਼ਬਦ ਦੀ ਹੈ। ਘੜੀ ਹੈ ਸ਼ਬਦ ਸੱਚੀ ਟਕਸਾਲ। ਇਸ ਸੱਚ ਦੀ ਟਕਸਾਲ, ਇਸ ਸੱਚੇ ਸ਼ਬਦ ਨਾਲ ਇੱਥੇ ਮਨੁੱਖਾਂ ਜ਼ਿੰਦਗੀਆਂ ਘੜੀਆਂ ਜਾਂਦੀਆਂ ਨੇ। ਔਰ ਜਿਹਦਾ ਜੀਵਨ ਇਹ ਘੜਿਆ ਜਾਵੇ, ਅੱਜ ਇਨਸਾਨ ਕਈ ਵਾਰ ਜਿੱਥੇ ਪੱਥਰ ਜ਼ਿਆਦਾ ਹੋਵੇ, ਪੱਥਰਾਂ ਵਰਗਾ ਜੀਵਨ ਵੀ ਪੱਥਰਾਂ ਵਰਗਾ ਹੀ ਹੋ ਜਾਂਦਾ। ਜੀਵਨ ਪੱਥਰਾ ਜਾਂਦਾ ਹੈ ਤੇ ਜਿਹੜਾ ਪੱਥਰ ਹੋਵੇ, ਪੱਥਰ ਵਿੱਚ ਇੱਕ ਔਗਣ ਹੈ, 100 ਵਰੇ ਵੀ ਉਹਨੂੰ ਪਾਣੀ 'ਚ ਰੱਖੋ ਤੇ ਕੋਈ ਅਸਰ ਨਹੀਂ ਹੁੰਦਾ, ਸੁੱਕੇ ਦਾ ਸੁੱਕਾ ਹੀ ਰਹਿੰਦਾ। ਤੇ ਜੇ ਅੱਜ ਕਈ ਸਾਲ ਗੁਰੂ ਘਰ ਆਉਂਦਿਆਂ ਹੋ ਗਏ, ਸ਼ਬਦ ਦਾ ਅਸਰ ਕੋਈ ਨਹੀਂ ਹੋਇਆ, ਤਾਂ ਮਨ 'ਚ ਝਾਤ ਮਾਰ ਕੇ ਵੇਖਿਓ ਕਿਤੇ ਜੀਵਨ ਪੱਥਰਾ ਤਾਂ ਨਹੀਂ ਗਿਆ, ਕਿਤੇ ਮਨ ਪੱਥਰ ਵਰਗਾ ਤਾਂ ਨਹੀਂ ਹੋ ਗਿਆ ਜਿਹੜਾ ਅਸਰ ਹੀ ਨਹੀਂ ਹੋ ਰਿਹਾ। ਜੇ ਹੋ ਗਿਆ ਤਾਂ ਠਾਕੁਰ ਮੇਰਾ ਸਦ ਬੁਲੰਦਾ। ਫਿਰ ਗੁਰੂ ਦੇ ਸ਼ਬਦਾਂ ਦੀ ਚੋਟ ਵਾਰ-ਵਾਰ, ਜਦੋਂ ਕੋਈ ਮੂਰਤੀ ਘੜਨ ਵਾਲਾ ਘੜਦਾ ਹੈ, ਉਹ ਪੱਥਰ ਨੂੰ ਵਾਰ-ਵਾਰ ਚੋਟਾਂ ਮਾਰਦਾ ਕਿ ਇਹ ਘੜਿਆ ਜਾਵੇ। ਜੇ ਤੇਰਾ ਅੱਜ ਜੀਵਨ ਪੱਥਰ ਵਰਗਾ ਹੋ ਗਿਆ, ਗੁਰੂ ਕੋਲ ਆ। ਇੱਥੇ ਅਹਰਣ ਮਤ ਵੇਦ ਹਥਿਆਰ, ਇੱਥੇ ਗਿਆਨ ਦੇ ਹਥੌੜੇ ਵਾਰ-ਵਾਰ ਵੱਜਣਗੇ, ਵਾਰ-ਵਾਰ ਸੱਟਾਂ ਵੱਜਣਗੀਆਂ ਸ਼ਬਦ ਦੀਆਂ, ਤੇ ਤੇਰਾ ਜੀਵਨ ਘੜਿਆ ਜਾਏਗਾ। ਤੇਰੇ ਜੀਵਨ ਵਿੱਚੋਂ ਗੁਰੂ ਦੀ ਸਿੱਖਿਆ ਨਜ਼ਰ ਆਉਣ ਲੱਗ ਪਏਗੀ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਅੱਜ ਜੇ ਇਸੇ ਕਰਕੇ ਹੀ ਇੰਨੇ ਪਾਠ ਕਰਨ ਤੋਂ ਬਾਅਦ, ਪਾਠ ਕਰਵਾਉਣ ਤੋਂ ਬਾਅਦ ਜੇ ਅਸਰ ਨਹੀਂ ਹੋ ਰਿਹਾ, ਤਾਂ ਲੱਗਦਾ ਤੇਰਾ ਜੀਵਨ ਪੱਥਰ ਵਰਗਾ ਹੋ ਗਿਆ। ਪਾਠ ਤਾਂ ਇੱਕੋ ਹੀ ਬਹੁਤ ਹੁੰਦਾ ਹੈ। ਅੱਜ ਇੰਨਾ ਸਮਾਂ ਧਰਮ ਦੇ ਕਰਮ ਕਰਨ ਤੋਂ ਬਾਅਦ ਵੀ ਜੇ ਅਸਰ ਨਹੀਂ ਆ ਰਿਹਾ, ਤਾਂ ਲੱਗਦਾ ਤੇਰਾ ਜੀਵਨ ਪੱਥਰ ਵਰਗਾ ਹੋ ਗਿਆ। ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਪਰ ਇਹ ਜਿਹੜਾ ਠਾਕੁਰ ਹੈ, ਤੇਰਾ ਗੁਰੂ ਹੈ, ਪੱਥਰ ਨੇ ਤਾਂ ਨਾ ਕੁਛ ਬੋਲਿਆ, ਨਾ ਕੁਛ ਦੇ, ਨਾ ਉਹਨੇ ਬੋਲਣਾ ਤੇ ਨਾ ਕੁਛ ਦੇਣਾ, ਨਾ ਤੂੰ ਦੁੱਖ ਸੁੱਖ ਉਹਦੇ ਨਾਲ ਸਾਂਝਾ ਕਰ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਜਿਹੜੇ ਸਦਾ ਹੀ ਬੋਲਦੇ ਨੇ, ਇੱਥੇ ਆਪਣਾ ਦੁੱਖ ਸੁੱਖ ਸਾਂਝਾ ਕਰਨ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ, ਤੁਸੀਂ ਭਾਵਨਾ ਨਾਲ ਕੋਈ ਵੀ ਮਨ 'ਚ ਸਵਾਲ, ਦੁੱਖ ਤਕਲੀਫ ਕੁਛ ਵੀ ਹੈ, ਘਰੇ ਇਸ਼ਨਾਨ ਕਰੋ, ਨਿਤਨੇਮ ਕਰੋ, ਸ਼ਰਧਾ ਭਾਵਨਾ ਨਾਲ ਦੇਗ ਸਜਾਓ, ਭਾਵਨਾ ਨਾਲ ਗੁਰੂ ਕੋਲ ਆਓ। ਤੇ ਗੁਰੂ ਕੋਲ ਆ ਕੇ ਜੇ ਨਹੀਂ ਕੋਈ ਅਰਦਾਸ ਕਰਨ ਵਾਲਾ ਸਿੰਘ, ਆਪ ਅਰਦਾਸ ਕਰ ਲਓ। ਅਰਦਾਸ ਕੋਈ ਸ਼ਬਦਾਂ ਦੀ ਮੁਤਾਜ ਨਹੀਂ ਹੈ। ਜਿਹੋ ਜਿਹੇ ਵੀ ਸ਼ਬਦ ਤੁਹਾਡੇ ਕੋਲ, ਦੁੱਖ ਤਾਂ ਜਿਵੇਂ ਡਾਕਟਰ ਨੂੰ ਵੀ ਤਾਂ ਜਾ ਕੇ ਆਪ ਹੀ ਦੱਸ ਦਿਓ ਨਾ, ਉਵੇਂ ਆ ਕੇ ਗੁਰੂ ਨੂੰ ਦੱਸ ਦਿਓ। ਤੇ ਯਾਦ ਰੱਖਿਓ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਸੁਣਿਓ, ਹੁਕਮਨਾਮਾ ਸਾਹਿਬ ਲਿਓ, ਤੁਹਾਡੀਆਂ ਗੱਲਾਂ ਦਾ ਜਵਾਬ ਹੋਏਗਾ, ਤੁਹਾਡੇ ਸਵਾਲਾਂ ਦਾ ਜਵਾਬ ਹੋਏਗਾ, ਤੁਹਾਡੀ ਸਮੱਸਿਆ ਦਾ ਹੱਲ ਹੋਏਗਾ ਉਸ ਹੁਕਮ। ਇਸ ਭਾਵਨਾ ਨਾਲ ਕਦੇ ਗੁਰੂ ਕੋਲ ਆਓ ਤਾਂ ਸਹੀ, ਇਸ ਭਾਵਨਾ ਨਾਲ ਕਦੇ ਗੁਰੂ ਕੋਲ ਆਓ ਤਾਂ ਸਹੀ। ਸਤਿਗੁਰੂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਆ, ਸਤਿਗੁਰੂ ਤੁਹਾਡੇ ਨਾਲ ਬਚਨ ਬਿਲਾਸ ਕਰਨਾ ਚਾਹੁੰਦੇ ਆ, ਪਰ ਅਸੀਂ ਮੱਥਾ ਟੇਕ ਕੇ ਬਾਹਰੋਂ ਬਾਹਰ ਹੀ ਗੇੜਾ ਦੇ ਕੇ ਮੁੜ ਜਾਈਏ। ਫਿਰ ਜੀਵਨ ਦੀ ਹੁਣ ਕੋਈ ਬੱਚਾ ਸਕੂਲਾਂ 'ਚ, ਅੱਜ ਤੱਕ ਕੋਈ ਸਕੂਲ 'ਚ ਇਹੋ ਜਿਹਾ ਨਹੀਂ ਬੱਚਾ ਦੇਖਿਆ ਹੋਣਾ ਜਿਹਨੂੰ ਮਾਪੇ ਕਹਿੰਦੇ ਹੁਣ ਜਾਈ ਸਕੂਲ ਨੂੰ ਮੱਥਾ ਟੇਕੀ ਦੇ ਪਰਖਰਮਾ ਕਰਕੇ ਆ ਜਾਈ। ਬਲਕਿ ਜੇ ਬੱਚਾ ਸਕੂਲ ਟਾਈਮ ਸਕੂਲ 'ਚ ਨਾ ਜਾਵੇ, ਘਰੋਂ ਸਕੂਲ ਗਿਆ, ਸਕੂਲ 'ਚ ਨਾ ਪਹੁੰਚੇ, ਮਾਪਿਆਂ ਲਈ ਚਿੰਤਾ ਦਾ ਵਿਸ਼ਾ ਕਿ ਜੇ ਸਕੂਲ ਨਹੀਂ ਜਾਏਗਾ ਪੜ੍ਹੇਗਾ ਕੀ, ਗਿਆਨ ਕੀ ਆਏਗਾ। ਅੱਜ ਗੁਰੂ ਸਾਹਿਬ ਕੋਲ ਆਉਣਾ ਹੈ, ਗੁਰੂ ਦੇ ਬਚਨ ਸੁਣ, ਉਹਨਾਂ ਨੂੰ ਮੰਨ, ਉਹਨਾਂ ਨੂੰ ਕਮਾ, ਜੋ ਗੁਰੂ ਉਪਦੇਸ਼ ਦੇ ਰਿਹਾ ਉਹਨੂੰ ਜੀਵਨ ਦੇ ਵਿੱਚ ਢਾਲਣ ਦਾ ਯਤਨ ਕਰ, ਤਾਂ ਕਿ ਤੇਰੇ ਜੀਵਨ ਵਿੱਚੋਂ ਗੁਰੂ ਦੀ ਸਿੱਖਿਆ ਝਲਕਣ ਲੱਗ ਪਵੇ। ਫਿਰ ਤੇਰੇ ਹਰ ਕਰਮ ਵਿੱਚੋਂ ਗੁਰੂ ਨਜ਼ਰ ਆਏਗਾ। ਜਿਵੇਂ ਪੱਥਰ 'ਚੋਂ ਮੂਰਤ ਨਜ਼ਰ ਆ ਰਹੀ ਆ, ਪੱਥਰ ਨਹੀਂ ਨਾ ਨਜ਼ਰ ਆ ਰਿਹਾ, ਫਿਰ ਤੇਰੇ ਜੀਵਨ ਵਿੱਚੋਂ ਗੁਰੂ ਨਜ਼ਰ ਆਏਗਾ। ਜਦੋਂ ਕਰਮ ਖੰਡ ਵਿੱਚ ਤੇਰੀ ਘਾਟ ਘੜ ਕੇ ਕਰਮ ਖੰਡ ਤੋਂ ਸੱਚਖੰਡ ਵਿੱਚ ਆ ਗਿਆ। ਸਤਿਗੁਰ ਜਦੋਂ ਤੇਰੇ ਜੀਵਨ ਦੀ ਇਹ ਗੱਲ ਬਣ ਗਈ, ਫਿਰ ਸਤਿਗੁਰ ਕੇ ਜੀ ਕੀ ਸਾਰ ਨਾ ਜਪੈ, ਕਿ ਪੂਰੇ ਸਤਿਗੁਰ ਭਾਵੈ। ਇਹ ਪਤਾ ਨਹੀਂ ਕਿ ਗੁਰੂ ਕੀ ਕਰਦਾ ਹੈ, ਗੁਰੂ ਨੂੰ ਕੀ ਪਸੰਦ ਹੈ, ਗੁਰੂ ਨੂੰ ਕੀ ਪਾਉਂਦਾ ਹੈ, ਬਸ ਇੰਨਾ ਕੁ ਸਮਝ ਆਉਂਦੀ ਆ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ, ਗੁਰਸਿੱਖਾਂ ਵਿੱਚ ਸਤਿਗੁਰ ਵਰਤਾ ਹੈ। ਜਿਹਦੇ ਜੀਵਨ ਦੀ ਘਾਟ ਘੜੀ ਗਈ, ਘਾਟ ਘੜੀ ਹੋਏ ਜੀਵਨ ਨੂੰ ਜਦੋਂ ਗੁਰਸਿੱਖ ਨੂੰ ਵੇਖੇਗਾ, ਤੇਰੇ ਮਨ 'ਚ ਖਿਆਲ ਆਏਗਾ ਤਾਂ ਮੇਰੇ ਗੁਰੂ ਵਰਗਾ ਲੱਗਦਾ। ਉਹਦੇ ਕੀਤੇ ਹੋਏ ਕਰਮ ਵੇਖ ਕੇ ਤੈਨੂੰ ਗੁਰੂ ਯਾਦ ਆਏਗਾ, ਜਿਹੜਾ ਕੰਮ ਇਹ ਕਰ ਰਿਹਾ ਇਹੀ ਤਾਂ ਮੇਰਾ ਗੁਰੂ ਕਰਦਾ ਹੈ। ਉਹਦੇ ਜੀਵਨ ਵਿੱਚੋਂ ਗੁਰੂ ਨਜ਼ਰ ਆਏਗਾ। ਜੇ ਜੀਵਨ ਸਤਿਗੁਰੂ ਕਹਿੰਦੇ ਨੇ ਉਸ ਸਤਿਗੁਰੂ ਵਾਲਾ ਹੋ ਗਿਆ, ਤੇਰੇ ਕਰਮਾਂ ਵਿੱਚੋਂ ਗੁਰੂ ਨਜ਼ਰ ਆਉਣ ਲੱਗ ਗਿਆ, ਤਾਂ ਸਮਝ ਲਈ ਇਹ ਸਾਰਾ ਕੁਝ ਗੁਰੂ ਕਰ ਰਿਹਾ ਹੈ। ਮੂਰਤ ਬਣਾਉਣੀ ਤਾਂ ਅਸਲ ਹੋਵੇ, ਜਿਹੜੀ ਮੂਰਤ ਦਾ ਚਿਤਰਣ ਕਰਨਾ ਨਾ ਉਹ ਵੀ ਅਸਲ ਹੋਵੇ, ਕਿਉਂਕਿ ਮੂਰਤਾਂ ਬਨਾਵਟ ਬਹੁਤ ਹੈ। ਸਤਿਗੁਰੂ ਕਹਿੰਦੇ ਜੇ ਅੱਜ ਘੜੀਆ ਸ਼ਬਦ ਸੱਚੀ ਟਕਸਾਲ ਦੀ ਗੱਲ, ਸ਼ਬਦ ਦੀ ਗੱਲ ਚੱਲ ਰਹੀ ਹੈ, ਸ਼ਬਦ ਵੀ ਅਸਲ ਹੋਵੇ। ਇੱਥੇ ਲੋਕ ਸ਼ਬਦ ਵੀ ਡੁਪਲੀਕੇਟ ਲੈ ਆਉਂਦੇ ਆ।
जे डुप्लीकेट शब्द आएगा फिर सतगुरां ने कह दिता सतगुरु बिना होर कच्ची है बाणी। गुरु तो बिना भाई कच्ची बाणी है। शब्द दा कोई डुप्लीकेट ना होवे। शर्मखंड की घाट जिहड़ी गुरु साहब ने वो घड़ी वो कर्मखंड विच लै आई। कर्मखंड तो असी सचखंड विच गए पर वो सचखंड विच जाण लई जिहड़ी ये पौड़ी 38ਵੀਂ आई इहदे विच घाट की गल होई। घाट कढाउण वास्ते घालना चाहिदी है, सबर चाहिदा, सिदक चाहिदा, भरोसा चाहिदा, तां घाट घड़ी जाती है। पर इंसान अज घाट घालना तो डरदा है। अज जिहड़ा ऑटोमैटिक युग आ गया इहदी की देन है। ऑटोमैटिक का मतलब बंदा कहता काम हो जाए मैनू ना करना पवे। इन्हें घरां दे दरवाजे तक ऑटोमैटिक बना ले। अज बड़े शोरूमां जाने हो, जो जाते हो अपने आप दरवाजा खुल जाता है। इनू दरवाजा खोलना भी वो लगता भी ये काम मेरे लिए औखा है। गड्डियां भी ऑटोमैटिक लियांदियां भी गेयर भी ना पाउणा पवे, बस बैठा ही रवां। स्टेयरिंग ते क्रूज कंट्रोल वालियां गड्डियां लईयां कि स्टेयरिंग सारा कुछ उत्तों ही कंट्रोल हो जाए, कुछ करना तो पवे ही ना। धर्म की दुनिया में भी इवें चाहुंदा भी बस दूजा ही मेरे लिए करे, मैनू कुछ ना करना पवे। हाँ जिहदे तो अरदास कराउणी आ कहंदा वो जीवन वाला चाहिदा है, ਉਹਦਾ जीवन उच्चा हो। क्योंकि मैं शराब तवा पीवां, मैं नशे करा, वो कोई गल नहीं। पर जिहदों अरदास कराउण चलिया ਉਹਦਾ जीवन उच्चा होना चाहिए। सतगुरु कहंदे आपदे भी जीवन की घाट कर ला, बल्कि तू अरदास करें, अरदास तैनूं भी ना करनी पवे, इन्ना उच्चा जीवन हो जाए। तू कोई काम सोचे, सोचण दे नाल ही गुरु कर दे, तेरा जीवन असल विच इहो जिहा हो जाए। पर यह कहंदा नहीं घालना कौन घाले। इत्थे घालना वालियां दी घाट कड़ी जानी है। जेड़े घालना घाल जाणगे तो सतगुरु पातशाह कहंदे उन्हां दे जीवन दी भाई ये घाट कड़ी जाएगी। जेड़े घालना नहीं घालणगे, जेड़े घालना नहीं घालणगे फिर उन्हां दी घाट भी नहीं कड़ी जानी। जेड़े बाहरों ही कहणगे भी असीं धर्मी हाँ, धर्म कमा रहे हैं, पर अंदर ना सुरत ना मत ना बुद्ध कुछ भी नहीं घड़िया गया, उन्होंने कोई प्रवानगी नहीं है। तो सतगुरु पातशाह साडी उंगल फड़ के एक ओंकार तो सानू नाल नाल लैके तुरे, सानू सारे तरह का नक्शा एक जीवन जाच सिखाउंदे सिखाउंदे 100 दर 100 घर तो लैके सानू खंडां दे विच दी लिया के सचखंड विच पातशाह ने बिठाया। और शब्द नाल साडे जीवन की घाट कड़ी एक बार सारा नक्शा फिर सतगुरु सामने रखन लगे। 3 तरह का जीवन है जेड़ा अज इस श्लोक विच पातशाह ने उचारिया। पवन गुरु, पानी पिता, माता धरत मात, 3 जणियां दा जिक्र है। जेड़ा आ जीवन है साडा ये धरती नाल संबंधित है, क्योंकि धरती मां है। इत्थे जिन्ने जीव जंत जिन्नी बनस्पति सारी धरती नाल संबंधित है, इत्थों ही पैदा हो रही है। और धरती जे मां है, मां लई पिता भी चाहिए, दोवां दे सुमेल तो होना। पवन गुरु, पानी पिता। पानी पिता बनिया क्योंकि साचे ते पवना भया, पवनै ते जल होए, जल ते त्रिभुवन साजिया। घट घट जोत समोए, रब ने आप ही पवन हवा पैदा की। हवा ते अज तो साइंस वाले कहते हैं 2 ऑक्सीजन जो इकट्ठियां होंदियां पानी बनता है, पर इत्थे पानी रब ने आप बनाया। हवा रब ने आप बनाई, साचे ते पवना पे, वो सच्चे तो पवन हवा पैदा हुई। पवन ते जल होए, जल ते त्रिभुवन साजिया। घट घट जो समोए, सतगुरु कहते हैं उस पानी तो सारी सृष्टि साजी गई। ताई क्या पहला पानी जियो है, इहदा संबंध साडे मन नाल है। और तीसरा है पवन गुरु, पवन नूं पाउण नूं जिहड़ा हवा दा रुतबा दिता है। हवा दे कुछ पवन दे गुण ने, हवा एक पकड़ च नहीं आउंदी, हवा दी कोई सीमा नहीं है, हवा का कोई रूप रंग आकार नहीं है। की दसोगे, महसूस की जाती है ना। हवा पकड़, गुरु भी साडी इस मत हिरदे दे घेरे दी पकड़ विच नहीं आउंदा। गुरु दा रंग रूप की दसोगे, रूप ना रेख ना रंग के छतरे गुण ते प्रभ भिन्न। हाँ गुरु नूं महसूस किया जाता जदों वो तत्तियां वगदियां हवावां तो कढ़ के लै जांदा है, फांसी दे फंदियां तो मोड़ लियाउंदा है। एक पासे जज सजा सुना रहा हुंदा है ते नाल दी नाल रहमत वरतदी है, वो माफ़ी ते बरी दे विच बदल जाती है। उदों गुरु एहसास कराउंदा कि मैं नाल तेरे। एक्सीडेंट हुंदे हुंदे जदों बच जांदे आ, उदों गुरु एहसास कराउंदा कि मैं नाल तेरे। पवन गुरु। और दूसरी गल पवन नूं तां गुरु किया, आ जिहड़ा एक दूजे तक शब्द पहुँच रहा ये हवा करके, अंदरों जिहड़ा साह चल रहा ये भी पवन ये हवा करके है। जे ये हवा अंदर शरीर में काम ना करे फिर साह अंदरला अंदर ते बाहरला बाहर, ते लोग कहणगे मर गया, तेरी मौत डिकलेयर हो जाएगी। ये पवन ये हवा चल रही है ते बंदे दी मौत वेंटीलेटर कदे नहीं लाउंदे, उदों ही लाउंदे जदों हवा घटदी है, ऑक्सीजन घटदी है। पर परमात्मा ने किड्डा घेरा किड्डा दायरा खुला रखिया। ते ये जिहड़ा शब्द पवन नूं गुरु तां किया क्योंकि शब्द
पवन दे राही एक थां तो दूजी थां, इत्थों मैं बोल रहा हवा राही तुहाडे कोल किन्नी दूर तक जा रहा। गुरु नानक साहब जदों शब्द गुरु सुरत धुन चेला कह के बोले पूरे ब्रह्मांड विच गूंज गया। साइंस भी कह रही है जो बोल रहे हो सारे शब्द आसमान विच ही घूम रहे आ। अज नासा वर्गियां कंपनियां पीर पैगंबर अवतारां दे शब्द कोशिश कर रही भी इकट्ठे करिए, ब्रह्मांड च घूम रहे आओ ब्रह्मांड च। इस करके हवा करके वो चार छपेरे उन्हां शब्दां दा बोलबाला हो रहा। दिवस रात दोए दाई दाया खेलै सगल जगत, दिन ते रात इत्थे खिडावे बन के सानू खिडा रहा। हर बंदा ही खेडा खेड रहा, पर कदे ये तां नहीं ना वेखिया कोई बच्चा खिडावियां नू खिडा रहा होवे, खिडावे बच्चे नू खिडा रहे आ। दिन सरात दोए दाई दाया, ये श्लोक दो रूपां विच आया। एक माज की वार पन्ना 146 गुरु अंगद देव पातशाह दे बचन ने, सिर्फ एक दो अखरां दा अंतर है, भाव अर्थ यही ने। इत्थे गुरु नानक साहब कह रहा दिवस रात दोए दाई दाया, ये खेड रहा। खेडां असीं जिंदगी च बड़ियां खेडियां, कदे गलियां च खेडे उहदा दायरा सी, उस तो बाद स्कूल च खेडे, स्कूल दे विच स्कूल दीयां असीसां मिलियां, क्योंकि जे तू जितना तू कल्ले ने नहीं स्कूल दी जित होनी है। तू अपने स्टेट सूबे लई खेडिया, तू खेड रहा, तेनू पूरे सूबे दियां असीसां मिल रही, क्योंकि तू नहीं जितना उस सूबे ने जितना है। तू देश लई खेडिया, तेरे लई ओ लोग भी असीसां अरदासां दुआवां कर रहे आ जेड़े कदे ग्राउंड विच बड़े ही नहीं, जिन्हां नूं खेड दा पता ही नहीं, वो भी तेरे लिए असीसां कर रहा, क्योंकि पता इहदी जित पूरे देश की जित है। सतगुरु कहंदे इस तो वड्डी भी एक खेड है। वो खेड किहड़ी है? जगत जलंदा रख लै अपनी कृपा, पूरे ब्रह्मांड की खेड है। अपनी कृपा धार जित द्वारा उभरै ते तैले हो बार। उस खेड का दायरा इन्ना वड्डा है, बाबा देखे ध्यान धर जलती सा पृथ्वी दिस आई। वो खेड का दायरा इन्ना वड्डा, जदों तुसीं अरदास विच कहने हो नानक नाम चढ़दी कला तेरे भाणे, ये सरबत की खेड है। सरबत की खेड का कोई खेडदा, जदों याद रख सिखा स्कूल की खेड खेडदा स्कूल वाले असीसां दिंदे आ, तू अपनी स्टेट की खेड खेडदा स्टेट वाले असीसां दिंदे आ, देश की खेड खेडदा देश वाले असीसां दिंदे आ। जदों सरबत की खेड खेडदा तैनूं गुरु असीसां दिंदा है, क्योंकि सरबत के भले लई गल कर रहा है। ये भी खेड खेड, क्योंकि जिस दिन तू वो खेड खेडेगा उस दिन गुरु रब तेरा इंतजार कर असीसां दे रहे होणगे कि जीवन की खेड खेड रहा, इस खेड विचों जित के आवे। क्योंकि जित्तिया होयां नूं जे सरकारां गलां च हार पा के सन्मान ते सत्कार दिंदियां ने, जेड़े जीवन बाजी जित के जांदे उन्हां नूं दरगाह विच सन्मान मिलदा है। तो सतगुरु पातशाह कहंदे आ चंगियाइयां बुराइयां वाचै धर्म। इत्थे कई लोग चंगियाइयां ते बुराइयां दीयां खेडां खेड रहे आ, और वाचै धर्म हदूर। ये धर्म खंड में जिहड़ा सी धर्म खंड पढ़िया ना, जिथे उत्तम नीच दी विचार हुंदी है, ये धर्म का काम है कि उन्होंने विचारना ये चंगा की करके आया माड़ा की करके आया। क्योंकि वो चंगे माड़े के आधार पर की होना, कर्मी आपो अपनी के नेड़े के दूर। कोई चंगे कर्म कर रहा, कोई माड़े कर्म कर रहा। और याद रख धर्म खंड ने धर्म का काम की है, कर्मी आपो अपनी तेरे कर्मां दे हिसाब नाल गुरु दे नेड़े कर देना। जे कर्म माड़े होए नीच कर्म बह रोए गुरु तो दूर चलिया जाएगा, जे कर्म सार्थक गुरु दे मुताबिक होणगे तो परमात्मा की गोद में चलिया जाएगा। तो सतगुरु कह रहा चंगियाइयां बुराइयां वाचै धर्म हदूर, कर्मी आपो अपनी के नेड़े के दूर। सतगुरु कहते मैं इसे करके कहना जिन्नी नाम ते आया गए मशाकत। मशाकत का अर्थ भी घालना है, तू घालना घाल, नाम का चिंतन कर, चिंतन दे नाल घालना भी है, सेवा भी है, हुक्म दे विच रहना है। ते जेड़े ए नाम का चिंतन कर दिया घालना घाल दिया। सतगुरु जे मैं चिंतन करके आया, जे मैं घालना घाल के आया, जे मैं भांडा पाओ अमृत टटाल, जेड़ा तुसीं कहने हो अगन तप ताओ, अपने आप नूं तपस्या, अपने आप नूं सख्त मेहनत की घालना, तैनूं मिलण वास्ते सख्त घालना घाल के आया, अपनी घाड़त कढ़वा के आया, फिर होएगा की? होएगा कि सतगुरु कहते नानक ते मुख उजले केती छुट्टी नाल, तेरा तो भला होना ही है, तेरा तो मुख उजला होना ही है। तू अपने जीवन की घाट कढ़ा, कर्म गुरु मुताबिक कर, तेरे नाल पता नहीं किन्निया क दा भला हो जाएगा। नानक ते मुख उजले केती छुट्टी, पता नहीं किन्निया कदी बंद खलासी हो जानी है, क्योंकि तेरे बचना विच इन्नी ताकत आ जानी है, तेरे कर्मां विच इन्नी ताकत आ जानी है, तेरे करके पता नहीं किन्ने क बख्शे जाणगे, रब दे घर प्रवान हो जाणगे। तो सतगुरु किरपा करन आ सानू एक निचोड़ कढ के दिता। जप बाणी की कहंदी आ, घाड़त कढ़वा शब्द नाल,
ਜਦੋਂ ਸ਼ਬਦ ਦੀ ਘਾੜਤ ਘੜੀ ਹੋਏਗੀ ਫਿਰ ਤੇਰੇ ਹਰ ਕਰਮ ਵਿੱਚੋਂ ਗੁਰੂ ਨਜ਼ਰ ਆਏਗਾ, ਗੁਰੂ ਦੀ ਸਿੱਖਿਆ ਨਜ਼ਰ ਆਏਗੀ। ਜਪ ਬਾਣੀ ਦਾ ਮਤਲਬ ਹੀ ਇਹ ਹੈ ਕਿ ਸਾਡੇ ਹਰ ਕਰਮ ਵਿੱਚੋਂ ਗੁਰੂ ਦੀ ਸਿੱਖਿਆ ਤੇ ਗੁਰੂ ਨਜ਼ਰ ਆਉਣ ਲੱਗ ਪਏ, ਤਾਂ ਹੀ ਜਪਜੀ ਦਾ ਫਾਇਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਆ ਸਾਨੂੰ ਇਹ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰੇ। ਨਾ ਸੋਚਣਾ ਵੀ ਇਹ ਵਿਆਖਿਆ ਮੈਂ ਕੀਤੀ, ਜਰਨੈਲ ਸਿੰਘ ਨੇ ਕੀਤੀ, ਨਹੀਂ, ਇਹਦੀ ਵਿਆਖਿਆ ਤਾਂ ਇਹ ਅਕਾਦ ਬੋਧ ਹੈ, ਨਹੀਂ ਕੀਤੀ ਜਾ ਸਕਦੀ। ਸਤਿਗੁਰਾਂ ਨੇ ਆਪਾਂ ਨੂੰ ਮਤ ਸਮਤ ਬਖਸ਼ਿਸ਼ ਕਰਕੇ, ਨਹੀਂ ਮੇਰੇ ਵਰਗੇ ਦੀ ਕੀ ਔਕਾਤ ਹੈਸੀਅਤ ਹੈ ਵੀ ਖੰਡਾਂ ਦੀ ਵਿਚਾਰ ਹੋ ਜਾਏ। ਐਡੀ ਵਿਸ਼ਾਲ ਬਾਣੀ ਦੀ ਵਿਚਾਰ ਕਿਵੇਂ, ਇਹ ਸਤਿਗੁਰਾਂ ਨੇ ਜਿੰਨੀ ਕੁ ਮਤ ਸਮਤ ਦਿੱਤੀ ਅਸੀਂ ਰਲ ਕੇ ਸਮਝਣ ਦਾ ਯਤਨ ਕੀਤਾ। ਸੋ ਮੇਰੀ ਅਰਦਾਸ ਹੈ ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਦੇ ਕੇ ਆਪਣੀ ਬਖਸ਼ਿਸ਼ ਦੇ ਘੇਰੇ ਵਿੱਚ ਲੈ ਆਉਣ, ਤਾਂ ਕਿ ਸਾਰਿਆਂ ਨਾਲ ਹੀ ਇਹ ਸ਼ਬਦ ਜੁੜ ਜਾਣ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ। ਨਾਲ ਸੰਗਤ ਦੇ ਹੁਕਮ ਨੂੰ ਮੱਦੇ ਨਜ਼ਰ ਰੱਖਦੇ ਹੋਏ, ਗੁਰੂ ਸਾਹਿਬ ਦੇ ਹੁਕਮ ਨੂੰ ਮੱਦੇ ਨਜ਼ਰ ਰੱਖਦੇ ਹੋਏ, ਸੰਗਤ ਦਾ ਹੁਕਮ ਸੀ ਕਿ 5 ਬਾਣੀਆਂ ਦੀ ਕਥਾ ਜਿਹੜੀ ਆ ਉਹ ਕੰਪਲੀਟ ਜੇ ਹੋ ਜਾਏ ਤਾਂ ਸਤਿਗੁਰਾਂ ਦਾ ਹੋਰ ਵੀ ਅਸੀਂ ਸ਼ੁਕਰਾਨਾ ਕਰਾਂਗੇ। ਸਤਿਗੁਰੂ ਕਿਰਪਾ ਕਰਨ ਉਹ 5 ਬਾਣੀਆਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਪ ਵਿੱਚ ਵਰਤ ਕੇ ਕਰਾਉਣ। ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸੋ ਮੇਲ ਆਓ ਸਾਰੇ ਸੰਗਤ ਆਨੰਦ ਸਾਹਿਬ ਦੀ ਬਾਣੀ ਵਿੱਚ ਹਾਜ਼ਰੀ ਲਵਾਈਏ, ਕੋਈ ਰਸਨਾ ਵਾਂਝੀ ਨਾ ਰਵੇ ਜੀ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ